ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਆਪਣਾ ਟੌਪਿਕ ਹੈ ਥਿਊਰੀਜ਼ ਆਫ ਇੰਟਰਨੈਸ਼ਨਲ ਟ੍ਰੇਡ, ਅੰਤਰਰਾਸ਼ਟਰੀ ਵਪਾਰ ਦੇ ਸਿਧਾਂਤ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਟਰਨੈਸ਼ਨਲ ਟ੍ਰੇਡ, ਜਿਹਦੇ ਬਾਰੇ ਆਪਾਂ ਨੇ ਪੜ੍ਹਿਆ ਸੀਗਾ ਕਿ ਇੰਟਰਨੈਸ਼ਨਲ ਟ੍ਰੇਡ ਕੀ ਹੁੰਦੀ ਆ, ਜਦੋਂ ਡਿਫਰੈਂਟ ਕੰਟਰੀਜ਼ ਕੀ ਕਰਦੀਆਂ ਨੇ ਆਪਸ ਦੇ ਵਿੱਚ ਜਿਹੜੀਆਂ ਗੁੱਡਸ ਨੇ ਤੇ ਸਬਸਿਡੀਜ਼ ਨੇ ਉਹਨਾਂ ਨੂੰ ਐਕਸਪੋਰਟ ਇੰਪੋਰਟ ਕਰਦੀਆਂ ਨੇ, ਤਾਂ ਉਹਨਾਂ ਨੂੰ ਕੀ ਕਹਿੰਦੇ ਆ, ਇੰਟਰਨੈਸ਼ਨਲ ਟ੍ਰੇਡ ਕਹਿੰਦੇ ਆ। ਤੇ ਆਪਾਂ ਨੇ ਦੇਖਿਆ ਸੀ ਕਿ ਜਿਹੜੀ ਟ੍ਰੇਡ ਆ ਉਹ ਟੂ ਟਾਈਪਸ ਦੀ ਹੁੰਦੀ ਹੈ, ਇੰਟਰਨਲ ਐਂਡ ਐਕਸਟਰਨਲ ਟ੍ਰੇਡ। ਇੰਟਰਨਲ ਟ੍ਰੇਡ ਜਿਹੜੀ ਆਪਣੀ ਕੰਟਰੀ ਦੇ ਵਿੱਚ ਹੀ ਡੋਮੈਸਟਿਕ ਰੀਜਨਸ ਦੇ ਵਿੱਚ, ਡਿਸਟ੍ਰਿਕਟਸ ਦੇ ਵਿੱਚ ਤੇ ਸਟੇਟਸ ਦੇ ਵਿੱਚ ਹੁੰਦੀ ਹੈ, ਠੀਕ ਹੈ। ਤੇ ਇਹਨੂੰ ਆਪਾਂ ਇੰਟਰਨਲ ਟ੍ਰੇਡ ਕਹਿੰਦੇ ਆ, ਜਾਂ ਡੋਮੈਸਟਿਕ ਟ੍ਰੇਡ ਕਹਿੰਦੇ ਆ, ਡਿਸਟ੍ਰਿਕਟ ਟ੍ਰੇਡ ਕਹਿੰਦੇ ਆ, ਐਂਡ ਫਿਰ ਇੰਟਰਨੈਸ਼ਨਲ ਟ੍ਰੇਡ ਜਦੋਂ ਕਹਿੰਦੇ ਟ੍ਰੇਡ ਬਿਟਵੀਨ ਡਿਫਰੈਂਟ ਕੰਟਰੀਜ਼ ਹੁੰਦੀ ਹੈ, ਜਿਵੇਂ ਕਿ USA, ਇੰਡੀਆ, ਨੇਪਾਲ, ਚੀਨ। ਦਿਸ ਇਜ਼ ਅ ਇੰਟਰਨੈਸ਼ਨਲ ਟ੍ਰੇਡ। ਤੇ ਆਪਾਂ ਨੇ ਇੰਟਰਨੈਸ਼ਨਲ ਟ੍ਰੇਡ ਦੀਆਂ ਥਿਊਰੀਜ਼ ਦੇ ਬਾਰੇ ਇੱਕ ਗੱਲ ਕੀਤੀ ਸੀ ਕਿ ਵਾਟ ਇਜ਼ ਇੰਟਰਨੈਸ਼ਨਲ ਟ੍ਰੇਡ, ਇੰਟਰਨੈਸ਼ਨਲ ਟ੍ਰੇਡ ਦਾ ਮੇਨ ਰੀਜ਼ਨ ਕੀ ਆ। ਫਰਸਟਲੀ ਆਪਾਂ ਨੇ ਦੇਖਿਆ ਸੀਗਾ ਕਿ ਡਿਫਰੈਂਟ ਜਿਹੜੇ ਇਕੋਨਮਿਸਟ ਨੇ ਉਹਨਾਂ ਨੇ ਇੰਟਰਨੈਸ਼ਨਲ ਟ੍ਰੇਡ ਦੀਆਂ ਡਿਫਰੈਂਟ ਥਿਊਰੀਜ਼ ਦਿੱਤੀਆਂ ਨੇ। ਆਪਣੇ ਕਲਾਸੀਕਲ ਥਾਟਸ ਇਨ ਸਕੂਲਸ ਦੇ ਵਿੱਚ ਜੋ ਆਪਣੇ ਕਲਾਸੀਕਲ ਇਕੋਨਮਿਸਟ ਨੇ ਉਹਨਾਂ ਨੇ ਜਿਹੜੀ ਕੰਪੈਰੀਟਿਵ ਆਪਣੀ ਥਿਊਰੀ ਆਫ ਟ੍ਰੇਡ ਸੀਗੀ ਐਂਡ ਐਬਸਲਿਊਟ ਡਿਫਰੈਂਸ ਥਿਊਰੀ ਆਫ ਟ੍ਰੇਡ ਸੀਗੀ ਉਹ ਦਿੱਤੀ ਸੀਗੀ, ਜਿਹਦੇ ਵਿੱਚ ਆਪਾਂ ਨੇ ਪਿਛਲੇ ਲੈਕਚਰਸ ਦੇ ਵਿੱਚ ਦੇਖਿਆ ਸੀਗਾ ਕਿ ਇੰਟਰਨੈਸ਼ਨਲ ਟ੍ਰੇਡ ਹੋਣ ਦਾ ਮੇਨ ਰੀਜ਼ਨ ਕੀ ਆ ਕਿ ਜਿਹੜੇ ਆਪਣੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਰਿਸੋਰਸਿਸ ਪਾਏ ਜਾਂਦੇ ਨੇ ਉਹਨਾਂ ਦੇ ਵਿੱਚ ਸਕਾਰਸਿਟੀ ਆ ਤੇ ਰਿਸੋਰਸਿਸ ਦੀ ਕੁਆਂਟੀਟੀ ਡਿਫਰੈਂਸ ਹੈ, ਤੇ ਉਹਨਾਂ ਦੇ ਵਿੱਚ ਜੋ ਕਾਸਟ ਹੈ ਰਿਸੋਰਸਿਸ ਤੇ ਉਹ ਵੀ ਡਿਫਰੈਂਸ ਹੈ, ਪ੍ਰਾਈਸ ਹੈ ਜਿਹੜੇ ਉਹ ਵੀ ਡਿਫਰੈਂਸ ਹੈ। ਤੇ ਉਹਨਾਂ ਦੇ ਬੇਸ ਤੇ ਜਿਹੜੀ ਆਪਣੇ ਕੰਟਰੀਜ਼ ਨੇ ਉਹ ਕਿਸੇ ਵੀ ਇੱਕ ਗੁੱਡ ਦੀ ਪ੍ਰੋਡਕਸ਼ਨ ਦੇ ਵਿੱਚ ਸਪੈਸ਼ਲਾਈਜੇਸ਼ਨ ਗੇਨ ਕਰਦੀਆਂ ਨੇ। ਤੇ ਮਤਲਬ ਜਿਵੇਂ ਕਿ 2X ਐਂਡ Y ਗੁੱਡਸ ਨੇ ਉਹਨਾਂ ਦੇ ਵਿੱਚੋਂ ਇੱਕ ਗੁੱਡਸ ਦੇ ਵਿੱਚ ਸਪੈਸ਼ਲਾਈਜੇਸ਼ਨ ਗੇਨ ਕਰਦੀਆਂ ਨੇ, ਉਹਨਾਂ ਦੇ ਉਹ ਵੀ ਜਦੋਂ ਉਸ ਗੁੱਡ ਦੀ ਪ੍ਰੋਡਕਸ਼ਨ ਕਰਨਗੇ ਤਾਂ ਪ੍ਰਾਈਸ ਵਗੈਰਾ ਕਾਸਟ ਵਗੈਰਾ ਘੱਟ ਆਏਗੀ, ਲੇਕਿਨ ਜਦੋਂ ਉਸਦੇ ਕੰਪੈਰੀਜ਼ਨ ਦੂਸਰੀ ਗੁੱਡ ਦੀ ਪ੍ਰੋਡਕਸ਼ਨ ਕਰਨਗੇ ਤਾਂ ਉਹਨਾਂ ਦੇ ਕਾਸਟ ਜਾਂ ਪ੍ਰਾਈਸਿਸ ਕੀ ਹੋਣਗੇ, ਜ਼ਿਆਦਾ ਹੋਣਗੇ। ਕਹਿੰਦੇ ਤਾਂ ਮੇਨ ਥਿਊਰੀਜ਼ ਕੀ ਸੀਗੀਆਂ ਕਲਾਸੀਕਲ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡਸ ਦੇ ਵਿੱਚ, ਕੰਪੈਰੀਟਿਵ ਡਿਸਐਡਵਾਂਟੇਜ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਐਂਡ ਐਬਸਲਿਊਟ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਨਾਓ ਦਾ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਅੱਜ ਅਸੀਂ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕਰਾਂਗੇ, ਜਿਸ ਦੇ ਵਿੱਚ ਆਪਾਂ ਪੜਾਂਗੇ ਹੈਕਸਰ-ਓਹਲਿਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਮਾਡਰਨ ਇਕੋਨਮਿਸਟ ਨੇ ਦਿੱਤੀ ਸੀਗੀ ਇਹ, ਹੈਕਸਰ ਐਂਡ ਓਹਲਿਨ ਨੇ ਦਿੱਤੀ ਸੀ ਇਹ ਥਿਊਰੀ। ਤਾਂ ਹੈਕਸਰ ਓਹਲਿਨ ਨੇ ਇੰਟਰਨੈਸ਼ਨਲ ਟ੍ਰੇਡ ਦੀ ਇਹ ਥਿਊਰੀ ਕਿਉਂ ਦਿੱਤੀ, ਇਹਨੂੰ HO ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਵੀ ਕਹਿੰਦੇ ਆ। ਜਿੱਥੇ ਵੀ ਤੁਸੀਂ ਦੇਖਿਆ ਹੋਵੇ ਕਿ HO ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਲਿਖਿਆ ਹੈ ਤਾਂ ਤੁਹਾਨੂੰ ਸਮਝ ਆਉਣਾ ਚਾਹੀਦਾ ਕਿ ਇਹ ਹੈਕਸਰ ਓਹਲਿਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕਰ ਰਹੇ ਨੇ। ਤੇ ਇਹਨੂੰ ਹੋਰ ਕੀ ਕਿਹਾ ਜਾਂਦਾ, 2x2x2 ਮਾਡਲ ਆਫ ਇੰਟਰਨੈਸ਼ਨਲ ਟ੍ਰੇਡ ਕਿਹਾ ਜਾਂਦਾ ਹੈ। 2x2x2 mean two goods, two countries and two resources ਦੀ ਗੱਲ ਕੀਤੀ ਗਈ ਇਸ ਥਿਊਰੀ ਦੇ ਵਿੱਚ। ਤੇ ਇਹ ਹੈਕਸਰ ਓਹਲਿਨ ਦੀ ਥਿਊਰੀ ਹੈ ਇੰਟਰਨੈਸ਼ਨਲ ਟ੍ਰੇਡ, ਮਾਡਰਨ ਥਿਊਰੀ ਹੈ, ਜਿਸ ਦੇ ਵਿੱਚ ਕਹਿੰਦੇ ਕੰਪੈਰੀਟਿਵ ਥਿਊਰੀ ਜੋ ਆਪਣੇ ਕਲਾਸੀਕਲ ਇਕੋਨੋਮਿਸਟ ਨੇ ਦਿੱਤੀ ਸੀ ਉਹਦੇ ਵਿੱਚ ਕੁਝ ਕੀ ਸੀਗੇ, ਉਹਨੂੰ ਕ੍ਰਿਟੀਸਾਈਜ਼ ਕੀਤਾ ਸੀ ਮਾਡਰਨ ਇਕੋਨੋਮਿਸਟ ਨੇ। ਉਹਨਾਂ ਨੇ ਬੋਲਿਆ ਸੀ ਕਿ ਉਹਨਾਂ ਨੇ ਕਹਿਤਾ ਕਿ ਕੰਪੈਰੀਟਿਵ ਕੀ ਆ, ਕੰਪੈਰੀਟਿਵ ਡਿਫਰੈਂਸ ਇਨ ਕਾਸਟ ਹੈ, ਕਿ ਕੰਪੈਰੀਟਿਵਲੀ ਜੋ ਟੂ ਗੁੱਡਸ ਨੇ ਉਹਨਾਂ ਦੀ ਕਾਸਟ ਦੇ ਵਿੱਚ ਡਿਫਰੈਂਸ ਹੁੰਦਾ। ਬਟ ਡਿਫਰੈਂਸ ਹੁੰਦਾ ਕੀ ਆ, ਰੀਜ਼ਨ ਹੁੰਦਾ ਕੀ ਆ, ਕਿ ਉਹਨਾਂ ਨੇ ਫੈਕਟਰੀ ਇੰਡੋਮੈਂਟ ਦੀ ਗੱਲ ਨਹੀਂ ਸੀ ਕੀਤੀ ਕਿ ਫੈਕਟਰੀ ਇੰਡੋਮੈਂਟਸ ਕੀ ਹੁੰਦਾ ਹੈ, ਕਿ ਕਿਸ ਤਰ੍ਹਾਂ ਰੇਸ਼ੋ ਹੋਏਗੀ ਆਪਣੀ ਕਾਸਟ ਦੀ, ਪ੍ਰਾਈਸ ਦੀ। ਤਾਂ ਉਸ ਥਿਊਰੀ ਨੂੰ ਪ੍ਰੋਪਰ ਐਕਸਪਲੇਨ ਕਿਹਨੇ ਕੀਤਾ ਹੈ, ਹੈਕਸਰ ਓਹਲਿਨ ਨੇ ਐਕਸਪਲੇਨ ਕੀਤਾ ਹੈ। ਦੈਨ ਆਪਾਂ ਫਰਸਟਲੀ ਇਹਦੀ ਇੰਟਰੋਡਕਸ਼ਨ ਪੜ੍ਹਦੇ ਹਾਂ ਹੈਕਸਰ ਓਹਲਿਨ ਥਿਊਰੀ ਨੂੰ। ਮਾਡਰਨ ਥਿਊਰੀ ਆਫ ਹੈਕਸਰ ਓਹਲਿਨ ਜੋ ਮਾਡਰਨ ਇਕੋਨੋਮਿਸਟ ਨੇ ਦਿੱਤੀ ਹੈ। ਸਭ ਤੋਂ ਪਹਿਲਾਂ ਕਹਿੰਦੇ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਬਾਅਦ propounded by Swedish economist Heckscher in an article published in 1990। ਕਹਿੰਦੇ 1919 ਦੇ ਵਿੱਚ ਇੱਕ ਆਰਟੀਕਲ ਪਬਲਿਸ਼ ਕੀਤਾ ਸੀ ਹੈਕਸਰ ਓਹਲਿਨ ਨੇ, ਜਿਹਦੇ ਵਿੱਚ ਉਹਨਾਂ ਨੇ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕੀਤੀ ਸੀਗੀ, ਇਹ ਥਿਊਰੀ ਦਿੱਤੀ ਸੀਗੀ। It was further improved upon by his disciple ਬਰਟਿਲ ਓਹਲਿਨ। ਕਹਿੰਦੇ ਇਹਨਾਂ ਦੇ ਸ਼ਿਕਸ਼ਕ ਸੀਗੇ, ਆਪਣੇ ਸਟੂਡੈਂਟ ਸੀਗੇ ਓਹਲਿਨ, ਉਹਨਾਂ ਨੇ ਕਹਿੰਦੇ ਇਸ ਤੇ ਰਿਸਰਚ ਕੀਤੀ ਸੀ ਤੇ ਇੱਕ ਪੇਪਰ ਪਬਲਿਸ਼ ਕੀਤਾ ਸੀ 1924 ਦੇ ਵਿੱਚ। ਤੇ ਉਸ ਤੋਂ ਬਾਅਦ ਉਹਨਾਂ ਦੀ ਬੁੱਕ ਦਾ ਕੀ ਨੇਮ ਸੀ, ਇੰਟਰਨੈਸ਼ਨਲ ਐਂਡ ਇੰਟਰ ਰੀਜਨਲ ਟ੍ਰੇਡ, ਜਿਹੜੀ ਕਿ ਉਹਨਾਂ ਨੇ ਪਬਲਿਸ਼ ਕੀਤੀ ਸੀ 1933 ਦੇ ਵਿੱਚ। This theory does not contradict comparative cost theory of international trade। ਕਹਿੰਦੇ contradict ਨਹੀਂ ਕਰਦੀ, ਉਸਦੇ ਉਲਟ ਨਹੀਂ ਹੈਗੀ ਇਹ ਥਿਊਰੀ, rather support it। ਉਹਨੂੰ comparative ਜਿਹੜੀ disadvantage theory ਉਹਨੂੰ support ਵੀ ਕਰਦੀ ਹੈ ਤੇ ਉਹਨੂੰ ਸੁਧਰਿਆ ਹੋਇਆ ਰੂਪ ਆ,
ਅਕੋਰਡਿੰਗ ਟੂ ਕੰਪੈਰੀਟਿਵ ਜਿਹੜੀ ਕਾਸਟ ਜਿਹੜੀ ਆਪਾਂ ਨੇ ਪਿਛਲੀ ਵਾਰ ਪੜ੍ਹੀ ਸੀਗੀ ਉਹਦੇ ਵਿੱਚ ਕੀ ਸੀਗਾ, ਇੰਟਰਨੈਸ਼ਨਲ ਟ੍ਰੇਡ ਟੇਕਸ ਪਲੇਸ ਬਿਕੋਜ਼ ਆਫ ਡਿਫਰੈਂਸ ਇਨ ਕੰਪੈਰੀਟਿਵ ਕਾਸਟ। ਕਹਿੰਦੇ ਇੰਟਰਨੈਸ਼ਨਲ ਟ੍ਰੇਡ ਦਾ ਮੇਨ ਰੀਜ਼ਨ ਕੀ ਸੀਗਾ, ਕਿਉਂਕਿ ਜਿਹੜੀ ਆਪਣੀ ਪ੍ਰੋਡਕਸ਼ਨ ਸੀਗੀ, ਜਿਹੜੇ ਰਿਸੋਰਸਿਸ ਐਕਸ ਐਂਡ ਵਾਈ ਗੁੱਡ ਦੀ ਪ੍ਰੋਡਕਸ਼ਨ ਹੁੰਦੀ ਸੀਗੀ, ਉਹਨਾਂ ਦੀ ਜਿਹੜੀ ਕਾਸਟ ਸੀਗੀ ਕੰਪੈਰੀਟਿਵ ਕਾਸਟ ਉਹਦੇ ਵਿੱਚ ਡਿਫਰੈਂਸ ਹੁੰਦਾ ਸੀਗਾ। ਐਕਸ ਐਂਡ ਬਾਈ ਗੁੱਡ, ਕਿਸੇ ਤੇ ਕਾਸਟ ਜ਼ਿਆਦਾ ਆਉਂਦੀ ਸੀ, ਕਿਸੇ ਤੇ ਕਾਸਟ ਘੱਟ ਆਉਂਦੀ ਸੀ। ਜਿਹੜੇ ਗੁੱਡ ਤੇ ਕਾਸਟ ਘੱਟ ਆਉਂਦੀ ਸੀਗੀ ਤਾਂ ਉਹਨਾਂ ਦੇ ਰਿਸੋਰਸਿਸ ਆਪਣੇ ਕੋਲ ਅਵੇਲੇਬਲ ਹੁੰਦੇ ਸੀ, ਫੈਕਟਰ ਇੰਡੋਮੈਂਟ ਸੀ, ਤੇ ਜਿਹਦੇ ਕਾਸਟ ਜ਼ਿਆਦਾ ਆਉਂਦੀ ਸੀਗੀ ਉਹਦੇ ਵਿੱਚ ਕਿਸੇ ਸਕਾਰਸਿਟੀ ਸੀ। ਕਹਿੰਦੇ ਇਹੀ ਚੀਜ਼ਾਂ ਨੂੰ ਉਹ ਫੈਕਟਰ ਇੰਡੋਮੈਂਟ ਤੇ ਸਕਾਰਸਿਟੀ ਨੂੰ ਐਕਸਪਲੇਨ ਕਰ ਰਿਹਾ ਇਸ ਥਿਊਰੀ ਦੇ ਵਿੱਚ, ਜੋ ਕਲਾਸੀਕਲ ਇਕਨੋਮਿਸਟ ਨੇ ਨਹੀਂ ਦੱਸਿਆ ਸੀਗਾ। On the contrary, modern theory of international trade reveals the causes responsible for difference in the international trade। ਕਹਿੰਦੇ ਮੇਨ causes ਕੀ ਆ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਡਿਫਰੈਂਸਿਸ ਦਾ। According to this theory, ਕਹਿੰਦੇ ਕੀ ਆ, for instance, certain countries have comparatively large supply of labor, in other the supply of capital is relatively large। ਕਹਿੰਦੇ ਜਿਹੜੇ ਆਪਣੀ ਕਈ ਕੰਟਰੀਜ਼ ਐਦਾਂ ਦੀਆਂ ਹੁੰਦੀਆਂ ਨੇ ਕਿ ਉਹਨਾਂ ਦੀ ਸਪਲਾਈ ਦੀ ਜਿਹੜੀ ਲੇਬਰ ਦੀ ਸਪਲਾਈ ਆ ਉਹ ਜ਼ਿਆਦਾ ਹੁੰਦੀ ਆ, ਕਈ ਕੰਟਰੀਜ਼ ਦੇ ਵਿੱਚ ਜਿਹੜੀ ਕੈਪੀਟਲ ਹੈ ਉਹਦੀ ਸਪਲਾਈ ਜ਼ਿਆਦਾ ਹੁੰਦੀ ਹੈ। ਤੇ ਡਿਫਰੈਂਟ ਕੰਟਰੀਜ਼ ਦੇ ਵਿੱਚ ਜਿਹੜੇ ਰਿਸੋਰਸਿਸ ਨੇ ਉਹ ਡਿਫਰੈਂਟ ਉਹਨਾਂ ਦੀ ਕੁਆਂਟੀਟੀ ਕੀ ਹੁੰਦੀ ਆ, ਅਵੇਲੇਬਲ ਹੁੰਦੀ ਆ। ਡਿਫਰੈਂਸ ਇਨ ਦਾ ਪ੍ਰਾਈਸ ਆਫ ਫੈਕਟਰ ਡਿਪੈਂਡਸ ਔਨ देयर ਰਿਲੇਟਿਵ ਸਕਾਰਸਿਟੀ ਐਂਡ ਅਬੰਡੈਂਸ। ਕਹਿੰਦੇ ਤੇ ਜਿਹੜੀ ਸਪਲਾਈ ਆ ਤੇ ਡਿਮਾਂਡ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਆ, ਰਿਸੋਰਸਿਸ ਦੀ ਅਬੰਡੈਂਸ ਤੇ ਸਕਾਰਸਿਟੀ ਤੇ, ਕਿ ਕਿਹੜੇ ਰਿਸੋਰਸਿਸ ਨੇ ਜ਼ਿਆਦਾ ਕੁਆਂਟੀਟੀ ਦੇ ਵਿੱਚ ਨੇ ਤੇ ਕਿਹੜੇ ਰਿਸੋਰਸਿਸ ਨੇ ਜਿਹੜੇ ਘੱਟ ਕੁਆਂਟੀਟੀਜ਼ ਦੇ ਵਿੱਚ ਨੇ। ਕਹਿੰਦੇ this theory states that main causes of difference in comparative cost is the difference in factor endowment। ਕਹਿੰਦੇ ਕਿ ਆ ਮੇਨ ਰੀਜ਼ਨ ਕੀ ਆ ਕੰਪੈਰੀਟਿਵ ਕਾਸਟ ਡਿਫਰੈਂਸਿਸ ਹੁੰਦਾ, ਜਿਹੜੇ ਆਪਣੇ ਟੂ ਗੁੱਡਸ ਦੇ ਆਪਣੇ ਪ੍ਰਾਈਸਿਸ ਨੇ, ਕਾਸਟ ਡਿਫਰੈਂਸ ਕਿਉਂ ਹੁੰਦੀ, ਉਹਦਾ ਮੇਨ ਰੀਜ਼ਨ ਦਾ ਫੈਕਟਰ ਐਂਡੋਮੈਂਟ ਔਰ ਸਕਾਰਸਿਟੀ, ਜਿਸ ਦੀ ਆਪਾਂ ਇਸ ਥਿਊਰੀ ਦੇ ਵਿੱਚ ਗੱਲ ਕਰਾਂਗੇ। ਇਹਦੇ ਵਿੱਚ ਕੀ ਆ, ਵਨ ਔਨ ਦਾ ਅਦਰ ਸਾਈਡ ਕਹਿੰਦੇ ਉਹ ਗੁੱਡਸ ਨੂੰ ਆਪਾਂ ਇੰਪੋਰਟ ਕਰਾਂਗੇ ਜਿਹਦੇ ਵਿੱਚ ਆਪਣੀ ਕੀ ਆ ਰਿਸੋਰਸਿਸ ਦੀ ਸਕਾਰਸਿਟੀ ਆ। ਸਕਾਰਸਿਟੀ ਮੀਨਸ ਜਿਨ੍ਹਾਂ ਨੂੰ ਪ੍ਰੋਡਿਊਸ ਕਰਨ ਦੇ ਲਈ ਸਾਡੇ ਕੋਲ ਰਿਸੋਰਸਿਸ ਘੱਟ ਨੇ, ਆਪਾਂ ਉਹਨਾਂ ਚੀਜ਼ਾਂ ਨੂੰ ਬਾਹਰ ਤੋਂ ਕੀ ਕਰਾਂਗੇ, ਇੰਪੋਰਟ ਕਰਾਂਗੇ। ਤੇ ਜਿਨ੍ਹਾਂ ਦੀ ਆਪਣੇ ਕੋਲ ਫੈਕਟਰ ਐਂਡੋਮੈਂਟ ਆ, ਜਿਹੜੇ ਫੈਕਟਰ ਆਪਣੇ ਕੋਲ ਅਵੇਲੇਬਲ ਨੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ, ਤਾਂ ਆਪਾਂ ਉਹ ਚੀਜ਼ਾਂ ਨੂੰ ਪ੍ਰੋਡਿਊਸ ਕਰਾਂਗੇ, ਆਪਣੀਆਂ ਜਿਹੜੀਆਂ ਡੋਮੈਸਟਿਕ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਵੀ ਪੂਰਾ ਕਰਨਗੇ, ਤੇ ਜੋ ਆਪਣੇ ਕੋਲ ਸਰਪਲਸ ਬਚ ਗਿਆ, ਬਫਰ ਸਟਾਕ ਬਚ ਗਿਆ, ਉਹਨੂੰ ਆਪਾਂ ਕੀ ਕਰਾਂਗੇ, ਐਕਸਪੋਰਟ ਕਰਾਂਗੇ ਡਿਫਰੈਂਟ ਕੰਟਰੀਜ਼ ਦੇ ਵਿੱਚ। ਠੀਕ ਹੈ ਜੀ, ਰਿਸੋਰਸਿਸ ਦੇ ਥਰੂ, ਜਿਹਨਾਂ ਦੀ ਰਿਸੋਰਸਿਸ ਦੀ ਕੁਆਂਟੀਟੀ ਆਪਣੇ ਕੋਲ ਕੀ ਹੈ, ਜ਼ਿਆਦਾ ਹੈ। ਤਾਂ ਜਿਹੜਾ ਆਪਣਾ ਹੈਕਸਰ ਥਿਊਰੀ ਆ ਆਪ ਨੂੰ ਇਹੀ ਕੀ ਕਰਦੀ ਹੈ, ਡਿਸਕ੍ਰਾਈਬ ਕਰਦੀ ਆ। ਦੈਨ ਕਹਿੰਦੇ ਜਿਹੜਾ ਓਹਲਿਨ ਮਾਡਲ ਹੈ, ਹੈਕਸਰ ਓਹਲਿਨ ਮਾਡਲ, ਉਹਨੂੰ ਆਪਾਂ ਟੂ ਫੈਕਟਰ ਐਂਡ ਟੂ ਕਮੋਡਿਟੀ ਐਂਡ ਟੂ ਕੰਟਰੀ ਮਾਡਲ ਵੀ ਕਹਿੰਦੇ ਆ। ਤੁਹਾਨੂੰ ਕੁਐਸਚਨ ਆ ਸਕਦਾ, ਟੂ ਫੈਕਟਰ, ਟੂ ਕਮੋਡਿਟੀ ਐਂਡ ਟੂ ਕੰਟਰੀ ਮਾਡਲ ਆਫ ਹੈਕਸਰ ਓਹਲਿਨ। ਠੀਕ ਹੈ, ਦੈਨ ਕਹਿੰਦੇ ਇਹਦੇ ਵਿੱਚ ਕੀ ਆ, ਟੂ ਕੰਟਰੀਜ਼ ਦੀ ਗੱਲ ਕੀਤੀ ਗਈ ਹੈ ਕਿ ਟੂ ਕੰਟਰੀਜ਼ ਦੇ ਵਿੱਚ ਐਕਸਚੇਂਜ ਹੁੰਦਾ, ਤੇ ਟੂ ਕੰਟਰੀਜ਼ ਕੀ ਆ, ਗੁੱਡਸ ਨੇ ਜਿਹੜੀਆਂ ਟੂ ਗੁੱਡਸ ਨੂੰ ਕੀ ਕਰਦੀਆਂ ਨੇ, ਪ੍ਰੋਡਿਊਸ ਕਰਦੀਆਂ ਨੇ। ਤੇ ਉਹਦੇ ਵਿੱਚ ਜਿਹੜੇ ਟੂ ਫੈਕਟਰਸ ਨੇ ਯੂਜ਼ ਕੀਤੇ ਜਾ ਰਹੇ ਨੇ। ਟੂ ਫੈਕਟਰਸ ਕਿੰਨਾ ਫੈਕਟਰਸ ਦੀ ਗੱਲ ਕੀਤੀ ਗਈ ਆ, ਲੇਬਰ ਐਂਡ ਕੈਪੀਟਲ। ਜਿਸ ਕੰਟਰੀਜ਼ ਦੇ ਵਿੱਚ ਲੇਬਰ ਦੀ ਕੁਆਂਟੀਟੀ ਜ਼ਿਆਦਾ ਹੋਏਗੀ ਉਹ ਲੇਬਰ ਦਾ ਯੂਜ਼ ਕਰੇਗੀ, ਤਾਂ ਉਹ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰੇਗੀ। ਜਿਸ ਕੰਟਰੀ ਦੇ ਵਿੱਚ ਕੈਪੀਟਲ ਜ਼ਿਆਦਾ ਹੋਏਗੀ ਤਾਂ ਉਹ ਕੈਪੀਟਲ ਇੰਟੈਂਸਿਵ ਟੈਕਨੀਕ ਨੂੰ ਯੂਜ਼ ਕਰੇਗੀ। ਜਿਸ ਕੰਟਰੀ ਦੇ ਵਿੱਚ ਲੇਬਰ ਜ਼ਿਆਦਾ ਹੋਏਗੀ ਤਾਂ ਲੇਬਰ ਦੀਆਂ ਵੇਜਿਸ ਕੀ ਹੋਣਗੀਆਂ, ਘੱਟ ਹੋਣਗੀਆਂ। ਤੇ ਸਪਲਾਈ ਕਿਉਂਕਿ ਜ਼ਿਆਦਾ ਹੈ, ਡਿਮਾਂਡ ਘੱਟ ਹੈ, ਤਾਂ ਵੇਜਿਸ ਕੀ ਹੋਣਗੀਆਂ, ਘੱਟ ਹੋਣਗੀਆਂ। ਤਾਂ ਫੈਕਟਰਸ ਜਿਹੜੀ ਆਪਣੇ ਪ੍ਰੋਡਕਸ਼ਨ ਆ ਉਹ ਤੇ ਕਾਸਟ ਘੱਟ ਆਏਗੀ, ਕਿਉਂਕਿ ਆਪਾਂ ਪੇਮੈਂਟਸ ਵੇਜਿਸ ਦੇ ਰੂਪ ਦੇ ਵਿੱਚ ਘੱਟ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੋਏਗਾ, ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਏਗੀ। ਤੇ ਲੇਬਰ ਦੇ ਥਰੂ ਜੋ ਗੁੱਡਸ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ। ਦੂਸਰੀ, ਜਿਸ ਕੰਟਰੀ ਦੇ ਵਿੱਚ ਕੈਪੀਟਲ ਜ਼ਿਆਦਾ ਹੈ ਤਾਂ ਕੀ ਹੋਏਗਾ, ਰੇਟ ਆਫ ਇੰਟਰਸਟ ਘੱਟ ਹੋਏਗਾ। ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਇਨਵੈਸਟਮੈਂਟ ਜ਼ਿਆਦਾ ਹੋਏਗੀ, ਟੈਕਨੋਲੋਜੀ ਦਾ ਯੂਜ਼ ਜ਼ਿਆਦਾ ਹੋਏਗਾ। ਤਾਂ ਰੇਟ ਆਫ ਇੰਟਰਸਟ ਘੱਟ ਹੋਣ ਕਰਕੇ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰਾਂਗੇ ਆਪਾਂ, ਜਿਹਦੇ ਕਰਕੇ ਕੈਪੀਟਲ ਨਾਲ ਜਿਹੜੀਆਂ ਗੁੱਡਸ ਨੇ, ਰਿਲੇਟਡ ਗੁੱਡਸ ਨੇ, ਤਾਂ ਉਹਨਾਂ ਦੀ ਪ੍ਰੋਡਕਸ਼ਨ ਕੀ ਹੋਏਗੀ, ਜ਼ਿਆਦਾ ਹੋਏਗੀ। ਤਾਂ ਕਹਿੰਦੇ ਆਪਾਂ ਇਸ ਥਿਊਰੀ ਦੇ ਵਿੱਚ ਟੂ ਜਿਹੜੀਆਂ ਟੈਕਨੀਕਸ ਨੇ ਯੂਜ਼ ਕਰਦੇ ਹਾਂ, ਟੂ ਫੈਕਟਰਸ ਯੂਜ਼ ਕਰਦੇ ਹਾਂ, ਲੇਬਰ ਐਂਡ ਕੈਪੀਟਲ। ਜਾਂ ਤਾਂ ਆਪਾਂ ਲੇਬਰ ਇੰਟੈਂਸਿਵ ਟੈਕਨੀਕ, ਲੇਬਰ ਦਾ ਜ਼ਿਆਦਾ ਯੂਜ਼ ਕਰਕੇ ਪ੍ਰੋਡਕਸ਼ਨ ਕਰ ਸਕਦੇ ਹਾਂ, ਜਾਂ ਆਪਾਂ ਕੈਪੀਟਲ ਇੰਟੈਂਸਿਵ ਟੈਕਨੀਕਸ, ਕੈਪੀਟਲ ਦਾ ਜ਼ਿਆਦਾ ਯੂਜ਼ ਕਰਕੇ ਪ੍ਰੋਡਕਸ਼ਨ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਦੇਖੋ, ਕਹਿੰਦੇ ਜਿਹੜੀਆਂ ਲੇਬਰ ਰਿਚ ਕੰਟਰੀਜ਼ ਨੇ ਉਹ ਕੀ ਕਰਨਗੀਆਂ, ਲੇਬਰ ਰਿਚ ਕੰਟਰੀਜ਼ ਮੀਨਸ ਜਿਨ੍ਹਾਂ ਦੇ ਕੋਲ ਲੇਬਰ ਦੀ ਕੁਆਂਟੀਟੀ ਜ਼ਿਆਦਾ ਹੈ,
लेबर रिच कंट्रीज कहते लेबर इंटेंसिव टेक्निक यूज करेगी एंड कैपिटल रिच कंट्रीज कैपिटल की ज़्यादा वरतों करेगी प्रोडक्शन से लेती और कैपिटल इंटेंसिव गुड्स नू की करेगी प्रोड्यूस करेगी तद इंटरनेशनल ट्रेड है जी टेक प्लेस लेगी इंटरनेशनल ट्रेड होएगी टू कंट्रीज के विच ਤਾਂ ਨੈਕਸਟ ਹੈ ਅਜ਼ੰਪਸ਼ਨਸ ਆਫ ਦਾ ਥਿਊਰੀ ਕਿ ਜਿਹੜੀ ਆਪਣੀ ਹੈਕਸ਼ਰ ਓਵਲਿਨ ਦੀ ਥਿਊਰੀ ਹੈ ਉਹਦੀਆਂ ਮੇਨ ਅਜ਼ੰਪਸ਼ਨਸ ਬੇਸਿਕ ਅਜ਼ੰਪਸ਼ਨ ਕੀ ਨੇ ਮਾਨਤਾਵਾਂ ਕੀ ਨੇ ਤਾਂ ਫਰਸਟ ਇਜ਼ the theory relates two countries two commodities and two factors it is therefore called two modern of international trade ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਫਰਸਟ ਅਜ਼ੰਪਸ਼ਨ ਇਹ ਹੈ ਕਿ ਇਹਦੇ ਵਿੱਚ two countries ਲਈਆਂ ਗਈਆਂ ਨੇ ਤੇ ਟੂ ਗੁੱਡਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਤੇ ਟੂ ਜਿਹੜੇ ਫੈਕਟਰਸ ਨੇ ਪ੍ਰੋਡਕਸ਼ਨ ਦੇ ਉਹ ਲਿਖੇ ਹੋਏ ਐਂਡ ਨੈਕਸਟ ਇਜ਼ देयर इज सेम प्रोडक्शन फंक्शन फॉर ईच कमोडिटी इन टू कंट्रीज कहते ये सेम फंक्शन है जोड़ा प्रोडक्शन फंक्शन लेबर ते कैपिटल दोनों कंट्रीज के की किए जाएंगे यूज किए जाएंगे प्रोडक्शन के लिए फैक्टर्स आर मोबाइल विद कंट्री बट इमोबाइल बिटवीन टू कंट्रीज जी अपने फैक्टर्स ने टू कैपिटल एंड लेबर्स कहते एक कंट्री एक्सचेंज हो सकते हैं एक जगह तो दूसरी जगह मूव हो सकते हैं लेकिन बिटवीन द टू कंट्रीज कहते इमोबिलिटी है ये एक्सचेंज नहीं होगी चेंज नहीं होएगी मीनस लेबर एक कंट्री तो दूसरी जगह एंड कैपिटल दूसरी तो एक कंट्री के मूव नहीं हो सकती देयर इज परफेक्ट कंपटीशन इन ऑल मार्केट्स ऑल फैक्टर्स आर फुली इंप्लॉयड कहते अपनी जी कंट्री है वो किया परफेक्ट कंपटीशन पाया जाता है परफेक्ट कंपटीशन मीनस लार्ज नंबर ऑफ बायर्स एंड सैलर्स ਜਿਹੜੇ सेम प्रोडक्ट जो होमोजीनियस प्रोडक्टा प्रोड्यूस करते हैं तो प्राइसिस जो फिक्स ने वो इंडस्ट्री फिक्स करेगी तो फ्री एंट्री एंड एडजस्ट ऑफ फॉर्म्स ने तो कहते आल फैक्टर्स आर फुली इंप्लॉयड कहते जो फैक्टर्स ऑफ प्रोडक्शन ने ऑल फैक्टर्स ऑफ फुली इंप्लॉयड ने फुल इंप्लॉयमेंट ने एंड उस तो बाद है थोड़ा फैक्टर कैट देयर रिवार्ड इन अकॉर्डेंस विद देयर मार्जिनल प्रोडक्टिविटी हरेक फैक्टर कहते ਕਿੱਦਾਂ ਦਾ ਅਵਾਰਡ ਮੀਨਸ ਕਿੰਨੀ ਉਹਨੂੰ ਵੇਜਿਸ ਜਾਂ ਪੇਮੈਂਟਸ ਕੀਤੀਆਂ ਜਾਂਦੀਆਂ ਨੇ ਉਹਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੈ ਉਹਦੇ ਇਕੁਅਲ ਵੇਜਿਸ ਜਾਂ ਪੇਮੈਂਟਸ ਨੇ ਜਿਹੜੀਆਂ ਰਿਵਾਰਡ ਨੇ ਜਿਹੜੇ ਦਿੱਤੇ ਜਾਂਦੇ ਨੇ ਪ੍ਰਾਈਸਿਸ ਆਫ ਦਾ ਕਮੋਡਿਟੀਜ਼ ਆਰ ਇਕੁਅਲ ਟੂ देयर ਮਾਰਜਨਲ ਪ੍ਰੋਡਕਟਿਵਿਟੀ ਕਹਿੰਦੇ ਪ੍ਰਾਈਸਿਸ ਗੁੱਡਸ ਦਾ ਕਿੰਨਾ ਫਿਕਸ ਕੀਤਾ ਜਾਂਦਾ ਹੈ ਜਿੱਥੇ ਕਹਿੰਦੇ ਗੁੱਡਸ ਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਉਹ ਕੀ ਹੁੰਦੀ ਆ ਮਾਰਜਨਲ ਯੂਟਿਲਿਟੀ ਮਾਰਜਨਲ ਪ੍ਰੋਡਕਟਿਵਿਟੀ ਇਕੁਅਲ ਹੁੰਦੀ ਹੈ ਉੱਥੇ ਹੀ ਗੁੱਡਸ ਦੇ ਪ੍ਰਾਈਸਿਸ ਕੀ ਕੀਤੇ ਜਾਣਗੇ ਫਿਕਸ ਕੀਤੇ ਜਾਣਗੇ No restrictions is imposed on the exchange of goods. Free trade adjust between the two countries. कहते ਜਿਹੜੀਆਂ two countries exchange ਕੀਤੇ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਜੋ ਵੀ exchange ਹੋ ਰਹੀ ਆ ਉਹ free ਹੋ ਰਹੀ ਆ ਕਿਸੇ ਵੀ ਤਰ੍ਹਾਂ ਦੀ restriction ਨਹੀਂ ਹੈਗੀ ਗਵਰਨਮੈਂਟਸ ਦੇ ਥਰੂ ਕੋਈ ਵੀ बैरियर्स नहीं हैगियां टैरिफ बैरियर्स नो कोई इंपोर्ट एक्सपोर्ट कोटा नहीं फिक्स किया गया किसी भी तरह का कोई कस्टम ड्यूटीज नहीं है टेक्निक्स ऑफ प्रोडक्शन इंप्लॉयड इन टू कंट्रीज इज द सेम कहते दोनों कंट्रीज के विच टेक्निक्स ऑफ प्रोडक्शन यूज की जाती ने मीनस टेक्निक यूज की जाती टैक्नोलॉजी यूज की जाती है कि ने सेम है या फिर टू जो रिसोर्सिस ने लेबर एंड कैपिटल दोनों के यही यूज की जाती है देयर इज लैक ऑफ ट्रांसपोर्ट कॉस्ट किसी भी तरह की कोई भी ट्रांसपोर्ट जी कॉस्ट है इन्होंने गुड्स से नहीं होती ये फ्री ऑफ कॉस्ट ट्रांसपोर्ट कॉस्ट ये जीरो है फैक्ट्री इंडोमेंट्स आर डिफरेंट इन टू कंट्रीज कहते जो फैक्टर्स ने वो इंडोमेंट मीनस फैक्ट्री इंडोमेंट्स की दोनों के डिफरेंट है टू कंट्रीज के जी क्वांटिटी है डिफरेंस है किसी लेबर ज़्यादा पाई जाती है एंड किसी कैपिटल ज़्यादा पाई जाती है नैक्सट गुड्स कैन बी क्लासीफाइड ऑन द बेसिस ऑफ फैक्टर इंटेंसिटी कहते गुड्स नू क्लासीफाई किया गया है फैक्टर इंटेंसिटी के थ्रू जिथे कहते जो फैक्टर्स ज़्यादा पाया जाएगा उत्थे उसी तरह की गुड्स की होगी प्रोडक्शन होगी सच एज कैपिटल इंटेंसिव गुड्स एंड लेबर इंटेंसिव गुड्स तक गुड्स को भी टू पार्ट्स के डिवाइड किया कि लेबर ते कैपिटल्स की आप वरतों करते हुए टू टाइप्स ऑफ गुड्स की प्रोडक्शन कर सकते हैं ਜਾਂ ਤਾਂ लेबर इंटेंसिव गुड्स की प्रोडक्शन कर सकते हैं या फिर आप कैपिटल इंटेंसिव गुड्स की प्रोडक्शन कर सकते हैं प्रोडक्शन फंक्शन ऑफ ऑल गुड्स इज होमोजीनियस ऑफ द फर्स्ट डिग्री कहते फर्स्ट डिग्री के जी प्रोडक्शन फंक्शन है और आल गुड्स की होंगियां होमोजीनियस होंगियां सेम होंगियां इट मीनस द आउटपुट विल बी डबल्ड इफ ऑल फैक्टर्स ऑफ प्रोडक्शंस आर डबल कहते
ਆਊਟਪੁੱਟ ਵੀ ਡਬਲ ਹੋ ਜਾਏਗੀ ਜਦੋਂ ਆਪਾਂ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਨੂੰ ਡਬਲ ਯੂਜ਼ ਕਰਾਂਗੇ। ਮੀਨਸ ਕਾਂਸਟੈਂਟ ਰਿਟਰਨ ਟੂ ਸਕੇਲ ਹੈ, ਉਨੇ ਹੀ ਜਿੰਨੇ ਇਨਪੁਟਸ ਯੂਜ਼ ਕਰਾਂਗੇ ਉਨੀ ਹੀ ਆਪਣੀ ਕੀ ਹੋਏਗੀ, ਆਊਟਪੁੱਟ ਹੋਏਗੀ। ਦਿਸ ਇਜ਼ ਅ ਬੇਸਿਕ ਅਸੰਪਸ਼ਨਸ ਆਫ ਹੈਕਸ਼ਰ-ਓਵਲਿਨ ਥਿਊਰੀ। ਤਾਂ ਆਪਾਂ ਹੁਣ ਇਹਨਾਂ ਥਿਊਰੀਜ਼ ਨੂੰ ਅਪਲਾਈ ਕਰਦੇ ਹਾਂ ਤੇ ਇਹਨਾਂ ਇਸ ਜੋ ਥਿਊਰੀ ਹੈ ਦੀ ਐਕਸਪਲੇਨੇਸ਼ਨ ਕਰਦੇ ਹਾਂ, ਇਸ ਥਿਊਰੀ ਨੂੰ ਐਕਸਪਲੇਨ ਕਰਦੇ ਹਾਂ। then explanations of the theories, theory ਦੀ explanation ਦੇਖਦੇ ਹਾਂ ਆਪਾਂ। ਸਭ ਤੋਂ ਪਹਿਲਾਂ ਕੀ ਕਹਿੰਦੇ ਨੇ, ਅਕੋਰਡਿੰਗ ਟੂ ਓਹਲਿਨ ਇੰਟਰਨੈਸ਼ਨਲ ਟ੍ਰੇਡ ਇਜ਼ ਸਪੈਸ਼ਲ ਕੇਸ ਆਫ ਇੰਟਰ ਰੀਜਨਲ ਟ੍ਰੇਡ। ਕਹਿੰਦੇ ਇਹ ਇੰਟਰ ਰੀਜਨਲ ਟ੍ਰੇਡ ਹੈ ਜਿਹੜੀ ਉਹਦਾ ਸਪੈਸ਼ਲ ਰੀਜ਼ਨ ਹੈ, ਕਿਉਂਕਿ ਆਪਣਾ ਜੋ ਇੰਟਰਨੈਸ਼ਨਲ ਟ੍ਰੇਡ ਹੁੰਦੀ ਹੈ ਐਜ਼ ਏ ਜਿਵੇਂ ਕਿ ਇੰਟਰ ਰੀਜਨਲ ਟ੍ਰੇਡ ਹੁੰਦੀ ਆ, ਆਪਾਂ ਨੇ ਤੁਸੀਂ ਦੇਖੇ ਹੋਣੇ ਕਿ ਆਪਣੇ ਜੋ ਡਿਫਰੈਂਟ ਡੋਮੈਸਟਿਕ ਕੰਟਰੀ ਦੇ ਵਿੱਚ ਰੀਜਨਲ ਏਰੀਆਜ਼ ਨੇ ਤਾਂ ਉਹਨਾਂ ਦੇ ਵਿੱਚ ਵੀ ਟ੍ਰੇਡ ਹੁੰਦੀ ਹੈ। ਤਾਂ ਮੇਨ ਰੀਜ਼ਨਸ ਕੀ ਹੁੰਦਾ ਕਿ ਕਿਤੇ ਕਿਸੇ ਚੀਜ਼ ਦੀ ਪ੍ਰੋਡਕਸ਼ਨ ਦੇ ਵਿੱਚ ਕੋਈ ਏਰੀਆ ਸਪੈਸ਼ਲਿਸਟ ਹੁੰਦਾ ਤੇ ਕੋਈ ਦੂਸਰੇ ਗੁੱਡ ਦੀ ਪ੍ਰੋਡਕਸ਼ਨ ਦੇ ਲਈ ਦੂਸਰਾ ਏਰੀਆ ਕੀ ਹੁੰਦਾ, ਸਪੈਸ਼ਲ ਹੁੰਦਾ। ਜਿਵੇਂ ਕਿ ਆਸਾਮ ਦੇ ਵਿੱਚ ਚਾਹ ਤੇ ਕਾਫੀ ਦੀ ਜੋ ਹੈ ਪ੍ਰੋਡਕਸ਼ਨਸ ਬਹੁਤ ਅੱਛੀ ਹੁੰਦੀ ਆ, ਤੇ ਆਪਣੇ ਇੱਧਰ ਕੀ ਹੈ ਜੋ ਆਪਣੀ ਵੀਟ ਐਂਡ ਰਾਈਸ ਹੈ, ਵੀਟ ਦੀ ਪ੍ਰੋਡਕਸ਼ਨ ਅੱਛੀ ਹੁੰਦੀ ਹੈ। ਤੇ ਇਸ ਤਰ੍ਹਾਂ ਹੀ ਕਹਿੰਦੇ ਇਹਨਾਂ ਦੇ ਵਿੱਚ ਕੀ ਹੁੰਦਾ, ਐਕਸਪੋਰਟ ਹੁੰਦਾ ਹੈ ਵੀਟ ਤੇ ਟੀ ਦੇ ਵਿੱਚ। ਮੇਨ ਰੀਜ਼ਨਸ ਕੀ ਹੈ, ਕਿਉਂਕਿ ਜੋ ਕੁਆਲਿਟੀ ਹੈ ਤੇ ਜੋ ਹੈ ਆਪਣਾ ਰਿਸੋਰਸਿਸ ਨੇ ਜਾਂ ਫਿਰ ਐਟਮੋਸਫੇਅਰ ਹੈ ਉਹਦਾ ਕੀ ਪੈਂਦਾ ਹੈ, ਫਰਕ ਪੈਂਦਾ ਹੈ। different regions have different factor endowments. It is some regions have abundance of labors but scarcity of capitals, while other regions have abundance of capitals but scarcity of labors. ਕਹਿੰਦੇ ਜਿਵੇਂ ਕਿ ਟੂ ਰੀਜਨਸ ਨੇ, ਦੋਨਾਂ ਦੇ ਵਿੱਚ ਕੀ ਆ ਫੈਕਟਰਸ ਡਿਫਰੈਂਟ ਪਾਏ ਜਾਂਦੇ ਨੇ। ਕਹਿੰਦੇ ਕਿਸੇ ਰੀਜਨ ਦੇ ਵਿੱਚ ਕੀ ਹੁੰਦਾ, ਲੇਬਰ ਜ਼ਿਆਦਾ ਹੁੰਦੀ ਹੈ ਲੇਕਿਨ ਕੈਪੀਟਲ ਦੀ ਘਾਟ ਹੁੰਦੀ ਹੈ, ਤੇ ਦੂਸਰੇ ਰੀਜਨ ਦੇ ਵਿੱਚ ਕੀ ਹੁੰਦਾ, ਕੈਪੀਟਲ ਜ਼ਿਆਦਾ ਹੁੰਦੀ ਆ ਤੇ ਲੇਬਰ ਦੀ ਘਾਟ ਹੁੰਦੀ ਹੈ। ਤਾਂ ਫਿਰ ਇੱਥੇ ਕੀ ਹੋਏਗਾ, ਕਹਿੰਦੇ ਡਿਫਰੈਂਟ ਗੁੱਡਸ ਹੈਵ ਡਿਫਰੈਂਟ ਪ੍ਰੋਡਕਸ਼ਨਸ, ਦੈਟ ਇਜ਼ ਫੈਕਟਰਸ ਆਰ ਕੰਬਾਈਨਡ ਇਨ ਡਿਫਰੈਂਟ ਪ੍ਰਪੋਰਸ਼ਨਸ ਪ੍ਰੋਡਿਊਸ ਡਿਫਰੈਂਟ ਕਮੋਡਿਟੀਜ਼। ਕਹਿੰਦੇ ਇਸੇ ਤਰ੍ਹਾਂ ਜਿਹੜੇ ਡਿਫਰੈਂਟ ਫੈਕਟਰਸ ਨੇ ਉਹਨਾਂ ਨੂੰ ਯੂਜ਼ ਕਰਦੇ ਹੋਏ ਡਿਫਰੈਂਟ ਜਿਹੜੀਆਂ ਕਮੋਡਿਟੀਜ਼ ਨੇ ਉਹਨਾਂ ਦੇ ਕੰਬੀਨੇਸ਼ਨ ਦੀ ਕੀ ਹੋਏਗੀ, ਪ੍ਰੋਡਕਸ਼ਨ ਹੋਏਗੀ। Some goods are produced employed relatively large proportion of labor and relatively smaller proportion of capital. ਕਹਿੰਦੇ ਜਿੱਥੇ ਲੇਬਰ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਉੱਥੇ ਕਹਿੰਦੇ ਲੇਬਰ ਗੁੱਡਸ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤੇ ਸਮਾਲਰ ਗੁੱਡਸ ਦੀ ਪ੍ਰੋਡਕਸ਼ਨ ਹੋਏਗੀ ਕੈਪੀਟਲ ਵਾਲੀਆਂ ਦੀ, ਕਿਉਂਕਿ ਉੱਥੇ ਕੈਪੀਟਲ ਘੱਟ ਹੈ। ਤੇ ਦੂਸਰੇ ਏਰੀਆ ਦੇ ਵਿੱਚ ਜਿਹੜੇ ਕੈਪੀਟਲ ਗੁੱਡਸ ਨੇ ਉਹਨਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤੇ ਲੇਬਰ ਗੁੱਡਸ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਘੱਟ ਹੋਏਗੀ, ਕਿਉਂਕਿ ਉੱਥੇ ਕੈਪੀਟਲ ਜ਼ਿਆਦਾ ਪਾਈ ਜਾਂਦੀ ਹੈ ਤੇ ਲੇਬਰ ਘੱਟ ਪਾਈ ਜਾਂਦੀ ਹੈ। ਕਹਿੰਦੇ in this way each region is suitable for the production of those goods for whose production is has relatively abundant supply of the required factors. ਕਹਿੰਦੇ ਇਸ ਤਰ੍ਹਾਂ ਹਰੇਕ ਰੀਜਨਸ ਉਸ ਗੁੱਡ ਦੀ ਪ੍ਰੋਡਕਸ਼ਨ ਦੇ ਵਿੱਚ ਕੀ ਹੋਏਗਾ, ਸਪੈਸ਼ਲਾਈਜੇਸ਼ਨ ਗੇਨ ਕਰੇਗਾ, ਸਪੈਸ਼ਲ ਹੋਏਗਾ, ਪਰਫੈਕਟ ਹੋਏਗਾ, ਸੂਟੇਬਲਸ ਹੋਏਗਾ ਜਿਸ ਚੀਜ਼ ਦੇ ਜਿਹੜੇ ਫੈਕਟਰਸ ਨੇ ਰਿਕੁਆਇਰਡ ਨੇ, ਜਿਸ ਚੀਜ਼ ਦੇ ਫੈਕਟਰਸ ਹੈ ਜਿਸ ਚੀਜ਼ ਸੋਰਸਿਸ ਹੈ ਉਸ ਚੀਜ਼ ਦੀ ਪ੍ਰੋਡਕਸ਼ਨ ਦੇ ਵਿੱਚ। ਕਹਿੰਦੇ ਜਿਹੜਾ ਆਪਣਾ ਰੀਜਨ ਸੁਟੇਬਲਸ ਨਹੀਂ ਹੋਏਗਾ ਪ੍ਰੋਡਕਸ਼ਨਸ ਦੋਜ਼ ਗੁੱਡਸ ਦੀ, ਤਾਂ ਉਹ ਕੀ ਕਰੇਗਾ, ਦੂਸਰੀ ਜਿਹੜਾ ਰੀਜਨ ਹੈ ਉਸ ਤੋਂ ਉਹਨਾਂ ਨੂੰ ਕੀ ਕਰੇਗਾ, ਲੈ ਲਏਗਾ। ਤੇ ਅਗਰ ਕਿਸੇ ਵੀ ਰੀਜਨ ਦੇ ਵਿੱਚ ਕੋਈ ਵੀ ਰਿਸੋਰਸਿਸ ਨਹੀਂ ਹੈ ਗੁੱਡਸ ਨੂੰ ਪ੍ਰੋਡਿਊਸ ਕਰਨ ਦਾ, ਰਿਸੋਰਸਿਸ ਸਕਾਰਸਿਟੀ ਹੈ, ਤਾਂ ਉੱਥੇ ਕੀ ਹੋਏਗੀ, ਜ਼ੀਰੋ ਪ੍ਰੋਡਕਸ਼ਨ ਹੋਏਗੀ, ਤਾਂ ਜੇ ਸਪਲਾਈ ਵੀ ਕੀ ਹੋਏਗੀ, ਜ਼ੀਰੋ ਹੋਏਗੀ। ਕਹਿੰਦੇ ਡਿਫਰੈਂਸ ਇਨ ਫੈਕਟਰ ਐਂਡੋਮੈਂਟਸ ਦੇਅਰਫੋਰ ਦ ਮੇਨ ਕਾਜ਼ਸ ਆਫ ਇੰਟਰਨੈਸ਼ਨਲ ਰੀਜ਼ਨਸ। ਕਹਿੰਦੇ ਇਹੀ ਮੇਨ ਰੀਜ਼ਨ ਹੈ ਕਿ ਜਿਹਦੇ ਥਰੂ ਜਿਹੜੀ ਇੰਟਰਨੈਸ਼ਨਲ ਟ੍ਰੇਡ ਆ ਉਹ ਪੋਸੀਬਲ ਹੋਈ ਹੈ। ਤਾਂ ਡੈਫੀਨੇਸ਼ਨਸ ਕੀ ਆ, ਕਹਿੰਦੇ ਅਕੋਰਡਿੰਗ ਟੂ ਓਹਲਿਨ immediate causes of inter-regional trade always that goods can be bought cheaper in terms of money than they can be produced at home. Here is the case of international trade. ਕਹਿੰਦੇ ਫੈਕਟਰੀ ਇੰਡੋਮੈਂਟਸ ਜਿਨ੍ਹਾਂ ਦੇ ਵਿੱਚ ਕੰਟਰੀਜ਼ ਦੇ ਵਿੱਚ ਜ਼ਿਆਦਾ ਹੋਏਗੀ, ਜਿਹੜੇ ਰੀਜਨਸ ਦੇ ਵਿੱਚ ਰਿਸੋਰਸਿਸ ਜ਼ਿਆਦਾ ਹੋਣਗੇ ਉਹ ਰੀਜਨਸ ਜਿਹਦੇ ਪ੍ਰੋਡਕਸ਼ਨ ਤੇ ਕਾਸਟ ਘੱਟ ਆਏਗੀ, ਠੀਕ ਹੈ, ਮਤਲਬ ਚੀਪ ਹੋਏਗੀ ਪ੍ਰੋਡਕਸ਼ਨਸ ਜਿਨ੍ਹਾਂ ਗੁੱਡਸ ਦੀ, ਤਾਂ ਉਹ ਰੀਜਨਸ ਉਹੀ ਗੁੱਡਸ ਦੀ ਪ੍ਰੋਡਕਸ਼ਨ ਕਰਨਗੇ ਤੇ ਉਹਨਾਂ ਨੂੰ ਬਾਹਰ ਕੀ ਕਰਨਗੇ, ਐਕਸਪੋਰਟ ਕਰਨਗੇ। ਕਹਿੰਦੇ ਹੈਕਸ਼ਰ ਇਨ ਹਿਸ ਆਰਟੀਕਲ ਦਾ ਫੈਕਟ ਆਫ ਫੋਰਨ ਟ੍ਰੇਡ ਔਨ ਡਿਸਟ੍ਰੀਬਿਊਸ਼ਨ ਆਫ ਇਨਕਮ ਦੇ ਵਿੱਚ ਉਹਨਾਂ ਨੇ ਪਬਲਿਸ਼ ਕੀਤਾ ਸੀ 1919 ਦੇ ਵਿੱਚ। ਉਹਨਾਂ ਨੇ ਸਪੋਰਟ ਕੀਤੀ ਸੀ ਕਲਾਸੀਕਲ ਥਿਊਰੀ ਆਫ ਕੰਪੈਰੀਟਿਵ ਕਾਸਟ, ਕਿਉਂਕਿ ਕੰਪੈਰੀਟਿਵ ਕਾਸਟ ਦੀ ਤਰ੍ਹਾਂ ਹੀ ਇਹ ਗੱਲ ਕਰ ਰਹੇ ਨੇ। ਤੇ ਇਹਨਾਂ ਨੇ ਵੀ ਦੱਸਿਆ ਹੈ ਕਿ ਮੇਨ ਕਾਜ਼ਸ ਕੀ ਆ, ਫੈਕਟਰ ਇੰਡੋਮੈਂਟਸ ਹੈ, ਰਿਸੋਰਸਿਸ ਦੀ ਸਕਾਰਸਿਟੀ ਹੈ। ਜੇ ਕਿਸੇ ਵੀ ਏਰੀਆ ਦੇ ਵਿੱਚ ਰਿਸੋਰਸਿਸ ਅਵੇਲੇਬਲ ਹੋਣਗੇ ਕਿਸੇ ਗੁੱਡ ਦੀ ਪ੍ਰੋਡਕਸ਼ਨ ਦੇ ਲਈ ਤੇ ਚੀਪ ਕਾਸਟ ਤੇ ਪ੍ਰੋਡਕਸ਼ਨ ਕਰਨਗੇ ਤਾਂ ਉਸ ਏਰੀਆ ਦੇ ਵਿੱਚ ਉਸੇ ਗੁੱਡਸ ਦੀ ਕੀ ਹੋਏਗੀ, ਪ੍ਰੋਡਕਸ਼ਨ ਹੋਏਗੀ। ਕੰਪੈਰੀਟਿਵਲੀ ਪਹਿਲਾਂ ਕਾਸਟ ਆ ਰਹੀ ਹੈ ਜੋ ਗੁੱਡਸ ਦੀ ਪ੍ਰੋਡਕਸ਼ਨ ਤੇ ਉਹਨੂੰ ਚੈੱਕ ਕੀਤਾ ਜਾਏਗਾ। ਜਿਹੜੀ ਗੁੱਡਸ ਚੀਪ ਹੋਏਗੀ
प्रोडक्शन ਦੇ ਵਿੱਚ ਤੇ ਪ੍ਰਾਈਸਿਸ ਵੀ ਘੱਟ ਹੋਣਗੇ ਤਾਂ ਉਸ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਜਿਹੜੀ ਕਾਸਟਲੀ ਹੋ ਰਹੀ ਹੈ ਜਿਸ ਦੀ ਪ੍ਰੋਡਕਸ਼ਨ ਤਾਂ ਉਹਦੀ ਪ੍ਰੋਡਕਸ਼ਨ ਕੀ ਹੋਏਗੀ, ਘੱਟ ਹੋਏਗੀ। ਤਾਂ ਹੈਕਚਰ ਸਿਟੀਜ਼ ਦਾ ਫਾਲੋਇੰਗ ਕਾਜ਼ਸ ਫॉर ਡਿਫਰੈਂਸ ਇਨ ਕੰਪੈਰੀਟਿਵ ਕਾਸਟ, ਕਹਿੰਦੇ ਕੰਪੈਰੀਟਿਵ ਕਾਸਟ ਦੇ ਵਿੱਚ ਕਹਿੰਦੇ ਡਿਫਰੈਂਸ ਹੋਣ ਦਾ ਮੇਨ ਰੀਜ਼ਨ ਕੀ ਹੈ, difference in factor endowments and difference in factors in intensities, that is the two reasons ਜਿਹਦੇ ਕਰਕੇ ਕਹਿੰਦੇ ਜਿਹੜੀ ਆਪਣੀ ਇਹ causes ਆ difference in comparative cost ਦੇ ਵਿੱਚ first ਹੈਗਾ difference in factor endowments and second is difference in factors intensities। ਤਾਂ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ। ਤਾਂ ਅਕੋਰਡਿੰਗ ਟੂ ਹੈਕਸ਼ਰ-ਓਲਿਨ ਇਹਨਾਂ ਨੇ ਦੱਸਿਆ ਹੈ, ਜਿਵੇਂ ਕਿ ਹੈਕਸ਼ਰ-ਓਲਿਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਉਹਨਾਂ ਨੇ ਡਿਸਕ੍ਰਾਈਬ ਕੀਤਾ ਵਿਦ ਦ ਹੈਲਪ ਆਫ ਅ ਡਾਇਗਰਾਮ, ਠੀਕ ਹੈ। ਇਹਦੇ ਵਿੱਚ ਉਹਨਾਂ ਨੇ ਦਿਖਾਇਆ ਹੈ ਟੂ ਕੰਟਰੀਜ਼ ਦੇ ਵਿੱਚ ਜੋ ਵੀ ਇੰਪੋਰਟ ਐਕਸਪੋਰਟ ਹੋ ਰਿਹਾ ਹੈ। ਕਹਿੰਦੇ ਇੰਟਰਨੈਸ਼ਨਲ ਟ੍ਰੇਡ ਦਾ ਮੇਨ ਜੋ ਹੈ ਇਮੀਡੀਏਟ ਕਾਜ਼ਸ ਕੀ ਆ, ਟ੍ਰੇਡਿੰਗ ਇਜ਼ ਦਾ ਡਿਫਰੈਂਸ ਇਨ ਰਿਲੇਟਿਵ ਕਮੋਡਿਟੀ ਪ੍ਰਾਈਸਿਸ, ਜਿਹੜੇ ਕਮੋਡਿਟੀਜ਼ ਨੇ ਉਹਨਾਂ ਦੇ ਪ੍ਰਾਈਸਿਸ ਦੇ ਵਿੱਚ ਡਿਫਰੈਂਸ ਹੋਣਾ ਤੇ ਫੈਕਟਰੀ ਐਂਡੋਮੈਂਟਸ ਹੋਣਾ। ਕਹਿੰਦੇ ਐਜ਼ ਅ ਰਿਜ਼ਲਟ ਮੇਨ ਫੈਕਟਰਸ ਐਂਡੋਮੈਂਟਸ ਮੇਨ ਰੀਜ਼ਨ ਹੈ ਕਿ ਜਿਹਦੇ ਥਰੂ ਜਿਹੜੀ ਆਪਣੀ ਇੰਟਰਨੈਸ਼ਨਲ ਟ੍ਰੇਡ ਹੈ ਪੋਸੀਬਲ ਹੈ। ਕਹਿੰਦੇ ਰਿਜ਼ਲਟ ਕੀ ਹੈ, ਦਿਸ ਇਜ਼ ਦ ਡਿਫਰੈਂਸ ਇਨ ਦ ਰਿਲੇਟਿਵ ਡਿਮਾਂਡ ਐਂਡ ਸਪਲਾਈ ਆਫ ਫੈਕਟਰਸ। ਕਹਿੰਦੇ ਜਿਹੜੇ ਹਰੇਕ ਏਰੀਏ ਦੇ ਵਿੱਚ ਜਿਹੜੀ ਆਪਣੀ ਫੈਕਟਰਸ ਦੀ ਡਿਮਾਂਡ ਐਂਡ ਸਪਲਾਈ ਉਹਦੇ ਵਿੱਚ ਕੀ ਹੁੰਦਾ, ਡਿਫਰੈਂਸ ਹੁੰਦਾ। ਜਿੱਥੇ ਕਹਿੰਦੇ ਸਪਲਾਈ ਗ੍ਰੇਟਰ ਦੈਨ ਡਿਮਾਂਡ ਹੋਵੇ, ਮਤਲਬ ਲੇਬਰ ਦੀ ਸਪਲਾਈ ਗ੍ਰੇਟਰ ਦੈਨ ਡਿਮਾਂਡ ਹੋਵੇ, ਉੱਥੇ ਕੀ ਹੋਏਗਾ, ਲੇਬਰ ਦੀ ਜਿਹੜੀਆਂ ਵੇਜਿਸ ਨੇ ਘੱਟ ਹੋਣਗੇ ਤਾਂ ਲੇਬਰ ਤੇ ਕਾਸਟ ਘੱਟ ਹੋਏਗੀ, ਤਾਂ ਉੱਥੇ ਉਹ ਕੰਟਰੀ ਕੀ ਕਰੇਗੀ, ਲੇਬਰ ਦਾ ਯੂਜ਼ ਕਰੇਗੀ। ਤੇ ਦੂਸਰੀ ਜਿਹੜੀ ਕੰਟਰੀ ਜਿੱਥੇ ਕੈਪੀਟਲ ਦੀ ਰੇਟ ਆਫ ਇੰਟਰਸਟ ਘੱਟ ਹੋਏਗੀ, ਕੈਪੀਟਲ ਦੀ ਡਿਮਾਂਡ ਘੱਟ ਤੇ ਸਪਲਾਈ ਜ਼ਿਆਦਾ ਹੋਏਗੀ, ਉੱਥੇ ਕੈਪੀਟਲ ਸਸਤੀ ਹੋਏਗੀ ਤੇ ਉੱਥੇ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਹੋਏਗੀ, ਕੈਪੀਟਲ ਦਾ ਯੂਜ਼ ਕੀ ਹੋਏਗਾ, ਜ਼ਿਆਦਾ ਹੋਏਗਾ। ਤਾਂ ਇੱਥੇ ਆਪਾਂ ਇਹਨਾਂ ਟੂ ਫੈਕਟਰਸ ਦੇ ਥਰੂ ਫੈਕਟਰ ਇੰਡੋਮੈਂਟਸ ਦੀ ਗੱਲ ਕਰਦੇ ਹਾਂ, ਇਹਨਾਂ ਦੀ ਲੇਬਰ ਦੀ ਸਪਲਾਈ ਤੇ ਡਿਮਾਂਡ ਦੀ ਗੱਲ ਕਰਦੇ ਹਾਂ। ਕਹਿੰਦੇ ਇੱਥੇ ਟੂ ਆਪਣੀਆਂ ਕੰਟਰੀਜ਼ ਨੇ, ਆਪਣੀ ਇੱਕ ਜਰਮਨ ਇੱਕ ਇੰਡੀਆ, ਟੂ ਮਾਡਲ ਹੈ। ਟੂ ਕੰਟਰੀਜ਼ ਦੀ ਗੱਲ ਕੀਤੀ ਗਈ ਹੈ, ਜਰਮਨ ਤੇ ਇੰਡੀਆ ਦੀ ਗੱਲ ਕੀਤੀ ਗਈ ਹੈ। ਤੇ ਉਸ ਤੋਂ ਬਾਅਦ ਟੂ ਗੁੱਡਸ ਦੀ ਪ੍ਰੋਡਕਸ਼ਨ ਹੈ, ਕੋਈ ਵੀ ਗੁੱਡ ਲੈ ਸਕਦੇ ਹੋ। ਇੱਥੇ ਟੂ ਗੁੱਡਸ ਲਿਖੇ ਹੋਏ ਨੇ, ਵਾਚ ਐਂਡ ਸ਼ਰਟਸ। ਵਾਚ ਐਂਡ ਸ਼ਰਟਸ ਦੀ ਜਿਹੜੀ ਹੈ ਗੁੱਡਸ, ਟੂ ਗੁੱਡਸ ਲਿਖੀਆਂ ਹੋਈਆਂ ਨੇ। टू कंट्रीज हो गया, जर्मन ते इंडिया, एंड टू गुड्स हो गया, वॉच एंड शर्ट ਤੇ ਟੂ ਰਿਸੋਰਸਿਸ ਕਿਹੜੇ ਯੂਜ਼ ਹੋ ਰਹੇ ਨੇ, ਲੇਬਰ ਯੂਜ਼ ਹੋ ਰਹੀ ਹੈ ਤੇ ਕੈਪੀਟਲ ਯੂਜ਼ ਹੋ ਰਹੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਆਪਾਂ ਫੋਰ ਐਗਜ਼ਾਮਪਲ ਕਿ ਜਰਮਨ ਹੈ, ਜਰਮਨ ਦੇ ਵਿੱਚ ਕੀ ਹੈ, ਕੈਪੀਟਲ ਲੇਬਰ ਦੇ ਨਾਲੋਂ ਜ਼ਿਆਦਾ ਹੈ, ਕੈਪੀਟਲ ਲੇਬਰ ਦੇ ਨਾਲੋਂ ਜ਼ਿਆਦਾ ਹੈ, ਤਾਂ ਜਰਮਨ ਕੀ ਕਰੇਗਾ, ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰੇਗਾ ਤੇ ਉਹ ਕਿਸ ਚੀਜ਼ ਦੀ ਪ੍ਰੋਡਕਸ਼ਨ ਕਰੇਗਾ, ਉਹ ਵਾਚ ਦੀ ਪ੍ਰੋਡਕਸ਼ਨ ਕਰੇਗਾ। ਤਾਂ ਜਰਮਨ ਕਿਸ ਦੇ ਪ੍ਰੋਡਕਸ਼ਨ ਦੇ ਵਿੱਚ ਕੀ ਹੈ, ਸਪੈਸ਼ਲ ਹੈ ਵਾਚ ਦੀ ਪ੍ਰੋਡਕਸ਼ਨ ਦੇ ਵਿੱਚ, ਕਿਉਂਕਿ ਉੱਥੇ ਉਹਦੀ ਜਿਹੜੀ ਹੈ ਕੈਪੀਟਲ ਤੇ ਕਾਸਟ ਘੱਟ ਆ ਰਹੀ ਹੈ, ਵਾਚ ਦੀ ਪ੍ਰੋਡਕਸ਼ਨ ਤੇ ਕਾਸਟ ਘੱਟ ਆ ਰਹੀ ਹੈ। ਤੇ ਦੂਸਰੀ ਤਰਫ ਇੰਡੀਆ ਹੈ, ਇੰਡੀਆ ਦੇ ਵਿੱਚ ਕੀ ਹੈ, ਲੇਬਰ ਦੀ ਕੁਆਂਟੀਟੀ ਜ਼ਿਆਦਾ ਹੈ ਕੈਪੀਟਲ ਦੇ ਨਾਲੋਂ, ਲੇਬਰ ਚੀਪ ਹੈ ਲੇਕਿਨ ਜਿਹੜੀ ਕੈਪੀਟਲ ਹੈ ਉਹ ਕਾਸਟਲੀ ਹੈ। ਤਾਂ ਇੰਡੀਆ ਕੀ ਕਰੇਗਾ, ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰੇਗਾ, ਉਹ ਲੇਬਰ ਦੇ ਥਰੂ ਜਿਹੜੀਆਂ ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ ਉਹਨਾਂ ਦੀ ਕੀ ਕਰੇਗਾ, ਪ੍ਰੋਡਕਸ਼ਨ ਕਰੇਗਾ। ਤਾਂ ਲੇਬਰ ਦੇ ਥਰੂ ਕਿਸ ਚੀਜ਼ ਦੀ, ਟੈਕਸਟਾਈਲ ਇੰਡਸਟਰੀਜ਼ ਜ਼ਿਆਦਾ ਹੋਣਗੀਆਂ ਤਾਂ ਉਹ ਸ਼ਰਟਸ ਦੀ ਪ੍ਰੋਡਕਸ਼ਨ ਕਰੇਗਾ। ਤਾਂ ਇੰਡੀਆ ਕੀ ਕਰ ਰਿਹਾ, ਸ਼ਰਟਸ ਦੀ ਪ੍ਰੋਡਕਸ਼ਨ ਕਰ ਰਿਹਾ, ਐਂਡ ਜਿਹੜਾ ਜਰਮਨੀ ਹੈ ਉਹ ਕਿਸ ਚੀਜ਼ ਦੀ ਪ੍ਰੋਡਕਸ਼ਨ ਕਰ ਰਿਹਾ, ਵਾਚ ਦੀ ਪ੍ਰੋਡਕਸ਼ਨ ਕਰ ਰਿਹਾ। ਤੇ ਜਰਮਨੀ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰ ਰਿਹਾ ਤੇ ਇੰਡੀਆ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰ ਰਿਹਾ, ਕਿਉਂਕਿ ਇੱਥੇ ਫੈਕਟਰੀ ਇੰਡੋਮੈਂਟਸ ਦੇ ਵਿੱਚ ਜਿਹੜੇ ਜਰਮਨ ਹੈ ਉੱਥੇ ਕੀ ਆ, ਆਪਣੀ ਜੋ ਹੈ ਫੈਕਟਰ ਇੰਡੋਮੈਂਟਸ ਲੇਬਰ ਦੀ ਸਕਾਰਸਿਟੀ ਹੈ ਐਂਡ ਕੈਪੀਟਲ ਜ਼ਿਆਦਾ ਹੈ। ਤੇ ਇੰਡੀਆ ਦੇ ਵਿੱਚ ਕੀ ਆ, ਆਪਣੀ ਲੇਬਰ ਦੀ ਕੁਆਂਟੀਟੀ ਜ਼ਿਆਦਾ ਹੈ ਤੇ ਕੈਪੀਟਲ ਦੀ ਸਕਾਰਸਿਟੀ ਹੈ, ਠੀਕ ਹੈ। ਦੈਟ ਇਜ਼ ਅ ਰੀਜ਼ਨ ਜਿਹਦੇ ਕਰਕੇ ਜਿਹੜੀਆਂ ਟੂ ਇਹ ਆਪਣੇ ਕੰਟਰੀਜ਼ ਨੇ, ਜਰਮਨੀ ਐਂਡ ਇੰਡੀਆ, ਇਹਨਾਂ ਦੇ ਵਿੱਚ ਕੀ ਹੋਏਗੀ, ਟ੍ਰੇਡ ਹੋਏਗੀ। ਤਾਂ ਫਸਟ ਕਹਿੰਦੇ ਟੂ ਕ੍ਰਾਈਟੇਰੀਆ ਲਿੱਤਾ, ਹੈਕਸ਼ਰ-ਓਲਿਨ ਥਿਊਰੀਜ਼ ਹੈਜ਼ ਬੀਨ ਐਕਸਪਲੇਨਡ ਇਨ ਦਾ ਬੇਸਿਸ ਟੂ ਕ੍ਰਾਈਟੇਰੀਆ। ਫਸਟ ਟੂ ਬੇਸਿਸ ਤੇ ਇਹਨਾਂ ਨੇ ਡਿਫਰੈਂਸ ਦੱਸਿਆ ਹੈ। ਤਾਂ ਫਸਟ ਇਜ਼ ਪ੍ਰਾਈਸ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਆਫ ਸਕਾਰਸਿਟੀ। ਕਹਿੰਦੇ ਜਿਹੜੇ ਆਪਣੇ ਫੈਕਟਰਸ ਨੇ ਉਹਨਾਂ ਦੇ ਵਿੱਚ ਫੈਕਟਰ ਅਬੰਡੈਂਸ ਫੈਕਟਰਸ ਨੇ ਜਿਹੜੇ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਨੇ ਤੇ ਫੈਕਟਰਸ ਦੀ ਸਕਾਰਸਿਟੀ ਹੁੰਦੀ ਹੈ। ਦੈਟ ਇਜ਼ ਅ ਰੀਜ਼ਨਸ ਕਹਿੰਦੇ ਜਿਹਦੇ ਕਰਕੇ ਇੰਟਰਨੈਸ਼ਨਲ ਟ੍ਰੇਡ ਹੁੰਦੀ ਹੈ। ਤਾਂ ਪ੍ਰਾਈਸ ਕ੍ਰਾਈਟੇਰੀਆ ਲਿੱਤਾ, ਕਿਉਂਕਿ ਕਹਿੰਦੇ ਜਿਹੜਾ ਪ੍ਰਾਈਸਿਸ ਹੈ ਪ੍ਰੋਡਕਸ਼ਨ ਦਾ ਉਹ ਕੀ ਹੁੰਦਾ, ਡਿਫਰੈਂਸ ਹੁੰਦਾ, ਕਿਉਂਕਿ ਪ੍ਰਾਈਸ ਆਪਾਂ ਕੀ ਰੱਖਦੇ ਹਾਂ, ਕਾਸਟ ਦੇ ਇਕੁਅਲ ਰੱਖਦੇ ਹਾਂ। ਜਿੰਨੀ ਕਾਸਟ ਜ਼ਿਆਦਾ ਹੋਏਗੀ ਪ੍ਰਾਈਸਿਸ ਵੀ ਆਪਣਾ ਕੀ ਹੋਏਗਾ, ਉਨਾ ਹੀ ਜ਼ਿਆਦਾ ਹੋਏਗਾ।
कहते प्राइस क्राइटेरिया ऑफ फैक्टर अबंडेंस और स्कार्सिटी मीन्स that a country where capital is relatively cheap and labor relatively dear will be called capital abundant country। कहते जिथे कैपिटल ज़्यादा होएगी तो लेबर घट होएगी उन्होंने आप कैपिटल abundant country बोलांगे। तो दूसरी तरफ if the quantity of capital in that country is relatively less, अगर कैपिटल उथे less है, on the contrary if the capital is relatively dear and labor relatively cheap, अगर लेबर चीप होएगी तो कैपिटल की होएगी डियर होएगी, कैपिटल घट होएगी, तो उन्होंने पर की बोलेंगे कैपिटल स्कार एंड लेबर अबंडेंट कंट्री। कि कैपिटल की स्कार्सिटी है, कैपिटल स्कार एंड लेबर अबंडेंट कंट्री। तब फिर किया इन द अदर वर्ड्स द क्राइटेरिया ऑफ फैक्टर अबंडेंस और फैक्टर स्कार्सिटी इज नॉट द क्वांटम ऑफ फैक्टर बट इट्स प्राइस। कहते ये फैक्टर्स की प्राइस से डिपेंड करता है इन्होंने अबंडेंस कि इनकी स्कार्सिटी है या इन्होंने क्वांटिटी ज़्यादा है। तब फिर कहते इतने किया आप जर्मनी तो इंडिया की एग्जाम्पल लैंने आप अज्यूम करके चलते हैं कि टू कंट्रीज ने, जी कंट्री अपनी जर्मनी आ वो कैपिटल इंटेंसिव टैक्नीक यूज़ कर रही है तो जी इंडिया है वो लेबर इंटेंसिव टैक्नीक यूज़ कर रही है। कहते क्योंकि कैपिटल चीपर है कि जर्मनी दे विच एंड लेबर चीपर है इंडिया दे विच। ठीक है, तब कहते जर्मनी ते आपां इंडिया दे प्राइस नू कंपेयर करांगे कैपिटल ते लेबर दे प्राइस नू कि जर्मनी दे विच कितना प्राइस है ते अपने इंडिया दे विच कितना प्राइस है। तद आपां इन्हां दी रेशियो कढांगे कि पी के प्राइस ऑफ कैपिटल एंड पी एल प्राइस ऑफ लेबर। दूसरी तरफ है अपना इंडिया दा पी के प्राइस ऑफ इंडिया, पी के प्राइस ऑफ कैपिटल इंडिया दे विच, पी के प्राइस ऑफ लेबर इहदे विच इंडिया दे विच। दैन देखो अगर पी के डिवाइड बाय पी एल लैस दैन पी के डिवाइड बाय पी एल होया तब इस तो की पता लगता है सानू कि वास्ट शर्ट्स की प्रोडक्शन के बारे पता लगता है कि प्रोडक्शन ऑफ जी वॉचिस ने उन्होंने कैपिटल इंटेंसिव एंड लेबर जी अपनी प्रोडक्शन ऑफ शर्ट्स है वो लेबर इंटेंसिव टैक्नीक की है यूज़ की जा रही है। जिमें कि तुम इस डायग्राम के देख सकते हो ओ एक्स अक्ष से लेबर दिखाई हुई है एंड ओ वाई अक्ष से कैपिटल दिखाई हुई है। तो उस तो बाद की है कहते जी डबलयू लाइन है अपनी वो वॉचिस नू जी अपनी पीपीसी कर्व इंडिफरेंस कर्व है। ठीक है, आइसोक्वेंट शो कर रही है, आइसोक्वेंट्स टू आइसोक्वेंट्स ने एक डबलयू एक एस आइसोक्वेंट कर्व है। जी डबलयू आइसोक्वेंट है वो अपनी वॉचिस की प्रोडक्शन शो कर रही है तो जी एस आइसोक्वेंट कर्व है वो शर्ट्स की प्रोडक्शन की है शो कर रही है। तो इत्थे आप मन के चल रहे हैं कि जी जर्मनी है वो 100 वॉचिस नू प्रोड्यूस कर रही है तो जी अपनी इंडिया है वो 100 शर्ट्स नू प्रोड्यूस कर रही है। प्रोडक्शन सेम है, ठीक है, 100 गुड्स की प्रोडक्शन हो रही है, एक्स गुड की भी 100 तो वाई की भी, वॉचिस की भी तो शर्ट्स की भी 100 की ही की हो रही है प्रोडक्शन हो रही है। एस एस आइसोक्वेंट इज द शर्ट्स एंड डबलयू आइसोक्वेंट इज द वॉचेस प्रोडक्शन। तो उस तो बाद की है कहते ए बी एंड सी डी इज द आइसोकॉस्ट लाइन्स ऑफ जर्मनी। जी आइसोकॉन्ट लाइन्स आइसोकॉस्ट ने जो कॉस्ट आ रही है वो ए बी ते सी डी जो अपने बजट लाइन स्टेट लाइन्स खिंचिया ने प्राइस लाइन्स खिंचिया ने वो किस चीज़ की कॉस्ट दस रही ने अपनी जो वॉचिस है वो कॉस्ट को डिस्क्राइब कर रही ने। उस तो बाद जो आइसोकॉन्ट अपने कोल P1 Q1 एंड P2 Q2 है वो की है अपनी जो शर्ट्स ने उन्होंने कॉस्ट को की करिए ने डिस्क्राइब कर रही हैं। तद आप जी अपनी शर्ट्स है आइसोकॉन्ट उधर पैरेलल खिंचांगे, ठीक है, जो प्राइस लाइन्स खिंचांगे जो अपनी शर्ट्स की प्राइस नू एंड जो ABCD है अपनी वॉचिस की प्राइस को की करनी डिस्क्राइब कर तो जिथे कहते हैं टू आइसोक्वेंट्स डबलयू एंड एस एक दूसरे को कट कर रहे हैं। तुम डायग्राम के देख सकते हो ई पॉइंट से कट कर रहे हैं एक दूसरे को। दैन ई इज अ इक्विलिब्रियम पॉइंट जिथे कहते दोनों के इक्वल प्रोडक्शन हो रही है, इक्वल प्राइस से इक्वल की है कॉस्ट है। इतने कहते दोनों जो लेबर ते कैपिटल है उत्थे
दोनों टेक्निक्स यूज की जा रही ने। मतलब प्रोडक्ट जो अपनी है इंटरनेशनल ट्रेड तो पहला वाला पॉइंट है। मान लो कि इतने पर मान लीए कि नो एक्सचेंज हो रही है गुड्स के विच, क्योंकि दोनों सेम सेम जी प्रोडक्शन है अपने फैक्टर एंडोमेंट्स एंड स्कॉर्सिटी के जो रिसोर्सिस ने अपने को दो तरह के उन्होंने थ्रू कर रहे हैं इक्वल प्रोडक्शन, ठीक है, दैन नो एक्सचेंज होएगी। लेकिन अगर आप ऊपर गल करिए आप डबल ए बी ते सी डी जो आइसोपेंट्स ने प्राइस लाइन्स ने वो जो टच करे हैं तो उत्थे आप देख सकते हैं कि जो आप फर्स्ट ਤੇ ਆਪਾਂ ਜਰਮਨੀ ਦੀ ਪ੍ਰੋਡਕਸ਼ਨ ਦੇਖਦੇ ਹਾਂ ਕਿ ਜਰਮਨੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੈ ਉਹ ਕਿੱਦਾਂ ਹੋ ਰਹੀ ਹੈ ਟੂ ਰਿਸੋਰਸਿਸ ਦੇ ਥਰੂ ਕੈਪੀਟਲ ਐਂਡ ਲੇਬਰ ਦੇ ਥਰੂ। ਤਾਂ ਜਰਮਨੀ ਦੀ ਗੱਲ ਕਰੀਏ ਫॉर ਜਰਮਨੀ ਦੇ ਵਿੱਚ ਕਹਿੰਦੇ ਪ੍ਰੋਡਕਸ਼ਨ ਕਾਸਟ ਫॉर 100 ਵਾਚਿਸ 100 ਵਾਚਿਸ ਦੀ ਕਹਿੰਦੇ ਕਾਸਟ ਕਿੰਨੀ ਆ ਰਹੀ ਹੈ ਜਰਮਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਐਫ ਕੈਪੀਟਲ ਯੂਜ਼ ਹੋ ਰਹੀ ਹੈ ਤੇ ਉਹ ਐਮ ਲੇਬਰ ਯੂਜ਼ ਹੋ ਰਹੀ ਹੈ। ਜਰਮਨੀ ਦੇ ਵਿੱਚ ਦੇਖੋ ਤੁਸੀਂ कि जी अपनी जर्मनी दी जी अपनी आइसपेंट्स प्राइस लाइन्स ने कॉस्ट लाइन्स ने ऊपर ने ए बी एंड सी डी। जी ए बी लाइन है वो एस पॉइंट नू जे पॉइंट पे टच कर रही है, ठीक है। तो जे पॉइंट पे की है आप जड़ियाँ 100 की कर रहे हैं 100 शर्ट्स प्रोड्यूस कर रहे हैं उन्होंने जी कॉस्ट आ रही है कितनी है ओ एफ आप कैपिटल यूज कर रहे हैं तो ओ M1 आप लेबर यूज कर रहे हैं प्रोडक्शन कॉस्ट ऑफ 100 शर्ट्स। ਤੇ ਉਸ ਤੋਂ ਬਾਅਦ ਜਦੋਂ ਆਪਾਂ ਵਾਚਿਸ ਦੀ ਗੱਲ ਕਰਦੇ ਆ ਤਾਂ ਆਪਾਂ ਸੇਮ ਕੈਪੀਟਲ ਯੂਜ਼ ਕਰਦੇ ਆ ਉਹ ਐਫ ਕੈਪੀਟਲ ਯੂਜ਼ ਕਰਦੇ ਆ ਐਂਡ ਤੁਸੀਂ ਨੀਚੇ ਦੇਖ ਸਕਦੇ ਹੋ ਕਿ ਲੇਬਰ ਉਹ ਐਮ ਯੂਜ਼ ਕਰਦੇ ਆ। ਤਾਂ ਆਪਾਂ ਵਾਚਿਸ ਦੀ ਪ੍ਰੋਡਕਸ਼ਨ ਕਰਦੇ ਆ ਤਾਂ ਉਹ ਐਫ ਕੈਪੀਟਲ ਐਂਡ ਉਹ ਐਮ ਲੇਬਰ ਯੂਜ਼ ਕਰਦੇ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਡਕਸ਼ਨ ਕਾਸਟ ਆਫ ਵਾਚਿਸ ਐਂਡ ਸ਼ਰਟਸ ਜਦੋਂ ਆਪਾਂ 100 ਕਰਦੇ ਆ ਤਾਂ ਜਿਹੜੀ ਕੈਪੀਟਲ ਹੈ ਸੇਮ ਯੂਜ਼ ਹੋ ਰਹੀ ਹੈ ਉਹ ਐਫ ਉਹ ਐਮ दोनों की प्रोडक्शन पे। लेकिन जी अपनी लेबर यूज हो रही है लेबर की है अपनी शर्ट्स की प्रोडक्शन पे ओ M1 यूज हो रही है लेकिन वॉच की प्रोडक्शन पे घट उसके नालों घट ओ एम यूज हो रही है। मीनस ਇਹਦਾ मतलब की है कि लेबर ज़्यादा यूज कर रहे हैं ਆਪਾਂ ਕਿਹਦੇ ਵਿੱਚ शर्ट्स की प्रोडक्शन ਦੇ ਵਿੱਚ शर्ट की प्रोडक्शन ਦੇ ਵਿੱਚ ਕਿੰਨੀ लेबर ज़्यादा यूज हो रही है M तो M1 लेबर यूज ज़्यादा हो रही है। नहीं साडी कॉस्ट की है ज़्यादा जा रही है किस दे विच लेबर दे विच M तो M1। जे आपां शर्ट्स की प्रोडक्शन करते तो अपन लॉस कितना होएगा ओ M1 माइनस ओ M मीनस M1 जो कॉस्ट है ज़्यादा पे करनी पड़ेगी। लेकिन अगर आप वॉचेस की प्रोडक्शन करते हैं तो अपन ओ एफ ओ एम मतलब अपन बेनिफिट होएगा M1 कॉस्ट अपनी M1 कॉस्ट घट लगेगी। तो जर्मनी की करेगी प्रोडक्शन कॉस्ट फॉर 100 वॉचेस ही प्रोड्यूस करेगी क्योंकि उन्होंने जी अपनी M1 कॉस्ट है लेबर से घट आ रही है, ठीक है। लेकिन कैपिटल सेम यूज हो रही है ओ एफ कैपिटल एंड ओ एम लेबर इज अ परफेक्ट जो उन्हें चूज किया है कॉम्बिनेशन तब वो की करेगी जर्मनी जो है अपना एच पॉइंट पे ही प्रोडक्शन करेगी वॉचेस की प्रोडक्शन ही करेगी क्योंकि शर्ट्स की प्रोडक्शन से वो लेबर से कॉस्ट ज़्यादा आ रही है M1 कॉस्ट ज़्यादा आ रही है। दूसरी तरफ जे गल करिए आप अपने इंडिया की तो इंडिया के आप दोनों गुड्स की प्रोडक्शन देख सकते हैं वॉचेस की प्रोडक्शन भी देख सकते हैं तो शर्ट्स की प्रोडक्शन भी देख सकते हैं। तब अगर कहते इंडिया वॉचेस की प्रोडक्शन करती है तो वो की होएगा ओदी जी कैपिटल का खर्चा है कितना आएगा ओ एन कैपिटल यूज होएगी ओ एन कॉस्ट आएगी तो लेबर के कॉस्ट और ओ जी आएगी। तो उस तो बाद अगर वो शर्ट्स की प्रोडक्शन करती है इंडिया तो ओदी जी अपनी कैपिटल के खर्चा है वो घट आएगा ओ एन तो घट एन टी आएगा ओ टी आएगा तो जी अपनी लेबर है वो पहला जिन्नी ही वो जी यूज होगी। तो तुसी देख सकते हो ई ते आर पॉइंट है जो कहते E1 पॉइंट पे कहते जो इंडिया है वो शर्ट्स की प्रोडक्शन करेगी क्योंकि शर्ट्स की प्रोडक्शन पे जो है कैपिटल के कॉस्ट घट आ रही है लेकिन अगर वॉचेस की प्रोडक्शन वो करते हैं तब वो कितनी कॉस्ट ज़्यादा आ रही है वो एंटी कॉस्ट ज़्यादा एंटी कॉस्ट मीनस कैपिटल के कॉस्ट ज़्यादा आ रही है वो एन कहते कैपिटल यूज हो रही है तो ओ जी लेबर जो वो वॉचेस की प्रोडक्शन करते हैं ज़्यादा कैपिटल के खर्चा आ रहा है। लेकिन जो वो शर्ट्स की प्रोडक्शन करते हैं प्रोडक्शन सेम है तब ओ टी मतलब घट कैपिटल यूज हो रही है कितनी कैपिटल घट यूज हो रही है ओ एन माइनस ओ टी इज इक्वल टू एन टी जी कॉस्ट है कैपिटल से वो कैपिटल का यूज
ਘੱਟ ਕਰਨ ਦੇ ਨਾਲ ਬਚ ਰਹੀ ਹੈ ਸਾਡੀ ਜਦੋਂ ਅਸੀਂ ਸ਼ਰਟਸ ਦੀ ਪ੍ਰੋਡਕਸ਼ਨ ਕਰਦੇ ਹਾਂ। ਜਦ ਕਿ ਤਦ ਕਹਿੰਦੇ ਕੀ ਹੈ ਜੋ ਆਪਣੀ ਇੰਡੀਆ ਹੈ ਉਹ E1 ਪੁਆਇੰਟ ਤੇ ਸ਼ਰਟਸ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਕੀ ਦੇਗੀ, ਪ੍ਰੈਫਰੈਂਸ ਦੇਗੀ। ਜਿਵੇਂ ਕਿ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਪ੍ਰੋਡਕਸ਼ਨ ਕਾਸਟ ਫॉर ਦਾ 100 ਵਾਚਿਸ ON plus OG ਐਂਡ ਉਸ ਤੋਂ ਬਾਅਦ ਪ੍ਰੋਡਕਸ਼ਨ ਕਾਸਟ ਆਫ 100 ਸ਼ਰਟਸ OT ਕੈਪੀਟਲ ਐਂਡ OG ਲੇਬਰ ਯੂਜ਼ ਹੋ ਰਹੀ ਹੈ। ਜਦਕਿ ਕਹਿੰਦੇ ਵਾਚਿਸ ਦੇ ਵਿੱਚ ਕਹਿੰਦੇ ਜਿਹੜੀ ਕੈਪੀਟਲ ਹੈ ਉਹ ਇੰਡੀਆ ਦੇ ਥਰੂ ਜ਼ਿਆਦਾ ਯੂਜ਼ ਹੋ ਰਹੀ ਹੈ ਤਾਂ ਉੱਤੇ ਕਾਸਟ ਕੈਪੀਟਲ ਤੇ ਜ਼ਿਆਦਾ ਆ ਰਹੀ ਹੈ, ਉਹ ਐਨ ਆ ਰਹੀ ਹੈ। ਜਦਕਿ ਪਹਿਲਾਂ OT ਆ ਰਹੀ ਸੀ, TN ਜਿਹੜੀ ਕਾਸਟ ਹੈ ਜ਼ਿਆਦਾ ਆ ਰਹੀ ਹੈ। ਤਦ ਕਹਿੰਦੇ ਜੋ ਆਪਣੀ इंडिया है वो की करेगी, लेबर यूज करेगी एंड जो अपनी जर्मनी है वो कैपिटल इंटेंसिव टेक जो गुड्स ने उन्होंने की करेगी, प्रोड्यूस करेगी। तो देयर इज अ डिफरेंस OP1 डिवाइड बाय OQ1 इज इक्वल टू OP2 डिवाइड बाय OQ2। ਇਹ ਸੀਗਾ ਆਪਣਾ ਪ੍ਰਾਈਸ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਐਂਡ ਔਰ ਸਕਾਰਸਿਟੀ ਕਿ ਫੈਕਟਰਸ ਜ਼ਿਆਦਾ ਜਾਂ ਘੱਟ ਹੋ, ਜਿੱਥੇ ਘੱਟ ਨੇ ਜਾਂ ਜ਼ਿਆਦਾ ਨੇ ਸਕਾਰਸਿਟੀ ਜਾਂ ਅਬੰਡੈਂਸ ਆ ਤਾਂ ਉਹਦਾ ਕੀ ਇਫੈਕਟ ਪਏਗਾ। ਜਿੱਥੇ ਸਕਾਰਸਿਟੀ ਆ ਤਾਂ ਉੱਥੇ ਕਾਸਟ ਜ਼ਿਆਦਾ ਹੈ ਕਿ ਜਿਵੇਂ ਕਿ ਕੈਪੀਟਲ ਤੇ ਆਪਣੀ ਕਾਸਟ ਜ਼ਿਆਦਾ ਆ ਰਹੀ ਹੈ ਇੰਡੀਆ ਦੇ ਵਿੱਚ ਤੇ ਲੇਬਰ ਤੇ ਜ਼ਿਆਦਾ ਆ ਰਹੀ ਹੈ ਜਰਮਨੀ ਦੇ ਵਿੱਚ। ਜਿੱਥੇ ਅਬੰਡੈਂਟ ਆ ਉੱਥੇ ਚੀਪ ਹੋਏਗੀ, ਫੈਕਟਰਸ ਤਾਂ ਜਿਹੜੀ ਕਾਸਟ ਹੈ ਘੱਟ ਹੋਏਗੀ ਜਿਵੇਂ ਕਿ ਇੰਡੀਆ ਦੇ ਵਿੱਚ ਲੇਬਰ ਦੀ ਐਂਡ अपनी जर्मनी ਦੇ ਵਿੱਚ ਕੈਪੀਟਲ। ਉਸ ਤੋਂ ਬਾਅਦ ਫਿਜ਼ੀਕਲ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਔਰ ਸਕਾਰਸਿਟੀ। ਕਹਿੰਦੇ ਫਿਜ਼ੀਕਲ ਕ੍ਰਾਈਟੇਰੀਆ ਕਹਿੰਦੇ देयर इज अ ਮੇਨ ਡਿਫਰੈਂਸ ਕਹਿੰਦੇ ਜਿਹਦੇ ਥਰੂ ਇੰਟਰਨੈਸ਼ਨਲ ਟ੍ਰੇਡ ਹੁੰਦੀ ਹੈ। ਫਿਜ਼ੀਕਲ ਕ੍ਰਾਈਟੇਰੀਆ ਕੀ ਹੁੰਦਾ ਹੈ, physical criteria of factor abundance or scarcity means that if in a country capital ratio is greater than labor as against another country। ਕਹਿੰਦੇ ਜਦੋਂ ਇੱਕ ਕੰਟਰੀ ਦੇ ਵਿੱਚ ਜਿਹੜੀ ਕੈਪੀਟਲ ਰੇਸ਼ੋ ਹੈ ਠੀਕ ਹੈ ਉਹ ਗ੍ਰੇਟਰ ਦੈਨ ਹੋਵੇ ਦੂਸਰੀ ਕੰਟਰੀ, ਇਟ ਵਿਲ ਬੀ ਕਾਲਡ ਕੈਪੀਟਲ ਇੰਟੈਂਸਿਵ ਟੈਕਨੀਕ। ਅਗਰ ਕਿਤੇ ਕਹਿੰਦੇ ਕੈਪੀਟਲ ਦੀ ਰੇਸ਼ੋ ਜ਼ਿਆਦਾ ਹੈ ਤੇ ਲੇਬਰ ਦੀ ਘੱਟ ਹੈ ਤਾਂ ਉਹਨੂੰ ਕੈਪੀਟਲ ਇੰਟੈਂਸਿਵ ਟੈਕਨੀਕ ਬੋਲਿਆ ਜਾਂਦਾ ਹੈ। ਜਿੱਥੇ ਕਹਿੰਦੇ ਲੇਬਰ ਦੀ ਰੇਸ਼ੋ ਜ਼ਿਆਦਾ ਹੈ ਤੇ ਕੈਪੀਟਲ ਦੀ ਘੱਟ ਹੈ ਉੱਥੇ ਉਸਨੂੰ ਲੇਬਰ ਇੰਟੈਂਸਿਵ ਟੈਕਨੀਕ ਬੋਲਿਆ ਜਾਂਦਾ ਹੈ। In other words ਕਹਿੰਦੇ basis of this criteria is the physical quantity of factors ਕਿ physical quantity ਕਿੰਨੀ ਅਵੇਲੇਬਲ ਹੈ ਕਿਸੇ ਵੀ ਕੰਟਰੀ ਦੇ ਵਿੱਚ। ਕਹਿੰਦੇ ਫਿਜ਼ੀਕਲ ਰੇਸ਼ੋ ਨੂੰ ਚੈੱਕ ਕਰਦੇ ਹੋਏ ਇੱਥੇ ਆਪਾਂ ਲੇਬਰ ਤੇ ਕੈਪੀਟਲ ਇੰਟੈਂਸਿਵ ਟੈਕਨੀਕ ਦੀ ਕੀ ਕਰਾਂਗੇ, ਗੱਲ ਕਰਾਂਗੇ। ਤਾਂ ਇਸ ਦੇ ਵਿੱਚ ਕੀ ਹੈ ਕਹਿੰਦੇ ਹੈਕਸ਼ਨ ਹੋਲਡਿੰਗਸ ਵੈਦਰ ਟੂ ਕੰਟਰੀਜ਼ ਨੇ ਲੈ ਰਿਹਾ ਹੈ ਜਰਮਨੀ ਐਂਡ ਇੰਡੀਆ, ਉਹਨਾਂ ਦੇ ਵਿੱਚ ਕਹਿੰਦੇ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾ ਰਹੀ ਹੈ ਜਰਮਨੀ ਦੇ ਵਿੱਚ ਤੇ ਲੇਬਰ ਇੰਟੈਂਸਿਵ ਇੰਡੀਆ ਦੇ ਵਿੱਚ ਯੂਜ਼ ਕੀਤੀ ਜਾ ਰਹੀ ਹੈ। ਕਹਿੰਦੇ ਇਸ ਨੂੰ ਚੈੱਕ ਕਿੱਦਾਂ ਕੀਤਾ ਜਾ ਸਕਦਾ ਹੈ, ਜਿਵੇਂ ਕਿ ਕੈਪੀਟਲ ਇੰਟੈਂਸਿਵ ਇਨ ਜਰਮਨੀ ਡਿਵਾਈਡ ਬਾय ਲੇਬਰ ਇੰਟੈਂਸਿਵ ਇਨ ਜਰਮਨੀ greater than capital intensive in India divided by labor intensive in India। ਠੀਕ ਹੈ ਕਹਿੰਦੇ ਜਦੋਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ KG divided by LG greater than KI India divided by LI ਲੇਬਰ ਆਫ ਇੰਡੀਆ। ਠੀਕ ਹੈ ਤਾਂ ਇਹ ਕੀ ਸ਼ੋ ਕਰ ਰਿਹਾ ਹੈ ਕਿ ਕੈਪੀਟਲ ਇੰਟੈਂਸਿਵ ਟੈਕਨੀਕ ਗ੍ਰੇਟਰ ਦੈਨ ਹੈ ਜਰਮਨੀ ਦੇ ਵਿੱਚ ਕਿਹਦੇ ਨਾਲੋਂ, ਇੰਡੀਆ ਦੇ ਨਾਲੋਂ। ਠੀਕ ਹੈ ਇੰਡੀਆ ਦੇ ਵਿੱਚ ਕੀ ਹੈ ਲੇਬਰ ਇੰਟੈਂਸਿਵ ਟੈਕਨੀਕ ਜ਼ਿਆਦਾ ਹੈ। ਤੇ ਇਸ ਦੀ ਰੇਸ਼ੋ ਤੁਸੀਂ ਕਿੱਦਾਂ ਕਰ ਸਕਦੇ ਹੋ, ਜਿਵੇਂ ਕਿ ਕੀ ਹੈ ਇੱਥੇ ਤੁਸੀਂ ਲੈ ਸਕਦੇ ਹੋ ਕੈਪੀਟਲ ਇਨ ਜਰਮਨ ਦੇ ਵਿੱਚ ਤੁਸੀਂ 2 ਲੈ ਸਕਦੇ ਹੋ ਐਂਡ ਲੇਬਰ ਇਨ ਜਰਮਨ ਤੁਸੀਂ ਕੀ ਲੈ ਸਕਦੇ ਹੋ 1 ਲੈ ਸਕਦੇ ਹੋ। ਤਾਂ 2 ਡਿਵਾਈਡ ਬਾਈ 1 ਇਜ਼ ਇਕੁਅਲ ਟੂ ਜਾਂ ਫਿਰ 2 ਤੁਸੀਂ ਕੈਪੀਟਲ ਲੈ ਸਕਦੇ ਹੋ 4 ਕੈਪੀਟਲ ਲੈ ਸਕਦੇ ਹੋ ਐਂਡ 2 ਤੁਸੀਂ ਕੀ ਲੈ ਸਕਦੇ ਹੋ ਲੇਬਰ ਲੈ ਸਕਦੇ ਹੋ ਜਰਮਨ ਦੇ ਵਿੱਚ। ਤਾਂ 4 ਡਿਵਾਈਡ ਬਾਈ 2 ਕੀ ਹੋਏਗਾ 4 ਡਿਵਾਈਡ ਬਾਈ 2 ਆ ਜਾਏਗਾ ਐਂਡ ਉਸ ਤੋਂ ਬਾਅਦ ਤੁਸੀਂ ਕੀ ਲੈ ਸਕਦੇ ਹੋ ਆਪਣੀ ਇੰਡੀਆ ਦੇ ਵਿੱਚ ਇੰਡੀਆ ਦੀ ਗੱਲ ਕਰੋ ਤਾਂ ਕੈਪੀਟਲ ਤੁਸੀਂ ਕੀ ਲੈ ਸਕਦੇ ਹੋ 2 ਲੈ ਸਕਦੇ ਹੋ ਐਂਡ ਤੁਸੀਂ ਲੇਬਰ 4 ਲੈ ਸਕਦੇ ਹੋ। ਤਾਂ ਕਿੰਨਾ ਆ ਜਾਏਗਾ ਤੁਹਾਡਾ 1 ਡਿਵਾਈਡ ਬਾਈ 2 ਆ ਜਾਏਗਾ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ 2 ਹੈ ਇੱਕ ਸਾਈਡ ਕੀ ਹੈ 0.5 ਹੈ ਦੈਨ 2 ਗ੍ਰੇਟਰ ਦੈਨ 0.5। ਤਾਂ ਆਪਣੇ ਕੋ ਬੋਲ ਸਕਦੇ ਕਿ ਜਰਮਨੀ ਦੇ ਵਿੱਚ ਕੀ ਹੈ ਕੈਪੀਟਲ ਜ਼ਿਆਦਾ ਹੈ ਇੰਡੀਆ ਦੇ ਨਾਲੋਂ ਦੈਨ ਕੈਪੀਟਲ ਰੇਸ਼ੋ ਜ਼ਿਆਦਾ ਹੈ। ਤਾਂ ਉੱਥੇ ਕੀ ਕਰਾਂਗੇ ਕੈਪੀਟਲ ਇੰਟੈਂਸਿਵ ਟੈਕਨੀਕ ਨੂੰ ਆਪਾਂ ਜਰਮਨ ਦੇ ਵਿੱਚ ਯੂਜ਼ ਕਰਾਂਗੇ ਤੇ ਲੇਬਰ ਇੰਟੈਂਸਿਵ ਟੈਕਨੀਕ ਨੂੰ ਆਪਾਂ ਇੰਡੀਆ ਦੇ ਵਿੱਚ ਯੂਜ਼ ਕਰਾਂਗੇ। ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਇਹਦੇ ਵਿੱਚ 2 ਜੋ ਕਰਵ ਦਿਖਾਈ ਹੋਈ ਆ ਇਹਦੇ ਵਿੱਚ O ਅਕਸ਼ ਤੇ ਸ਼ਰਟਸ ਦੀ ਪ੍ਰੋਡਕਸ਼ਨ ਲਿੱਤੀ ਹੋਈ ਹੈ ਜੋ ਕੌਣ ਕਰ ਰਿਹਾ ਇੰਡੀਆ ਕਰ ਰਿਹਾ ਲੇਬਰ ਇੰਟੈਂਸਿਵ ਟੈਕਨੀਕਸ ਦੇ ਥਰੂ ਤੇ OY ਤੇ ਵਾਚਿਸ ਦੀ ਪ੍ਰੋਡਕਸ਼ਨ ਲਿੱਤੀ ਹੋਈ ਹੈ ਜੋ ਜਰਮਨੀ ਕਰ ਰਿਹਾ ਹੈ ਵਿਦ ਹੈਲਪ ਆਫ ਕੈਪੀਟਲ ਇੰਟੈਂਸਿਵ ਟੈਕਨੀਕਸ। ਤੇ ਜੋ ਆਪਣੀ ਲੇਬਰ G1 ਹੈ प्रोडक्शन पॉसिबिलिटी कर्व ऑफ जर्मन है। तो ते जो II कर्व है दिस इज अ प्रोडक्शन पॉसिबिलिटी कर्व ऑफ
इंडिया, ठीक है। जी जर्मन की पीपीसी है, तो आई है जो अपनी इंडिया की पीपीसी है। लेबर इंटेंसिव प्रोडक्शन है जो शर्ट्स की वो इंडिया, एंड कैपिटल इंटेंसिव प्रोडक्शन है जो वॉचिस की वाई एक्सिस से वो की कर रही है, जर्मनी कर रही है। ਤਾਂ ਜੇ ਤੁਸੀਂ ਗੱਲ ਕਰੀਏ OR ਰੇ ਦੀ ਗੱਲ ਕਰੀਏ ਜੋ 45 ਡਿਗਰੀ ਦੇ ਐਂਗਲ ਤੇ ਹੈ, ਉੱਥੇ ਕੀ ਹੈ ਸੇਮ ਪ੍ਰੋਡਕਸ਼ਨ ਹੈ, ਸੇਮ ਰੇਸ਼ੋ ਹੈ ਲੇਬਰ ਤੇ ਕੈਪੀਟਲ ਦੀ। ਲੇਬਰ ਤੇ ਕੈਪੀਟਲ ਇੱਥੇ ਕੀ ਹੋ ਰਹੀ ਹੈ, ਸੇਮ ਯੂਜ਼ ਕੀਤੀ ਜਾ ਰਹੀ ਹੈ, ਠੀਕ ਹੈ। F ਤੇ E ਪੁਆਇੰਟ ਤੇ अपनी वॉचिस की प्रोडक्शन के लिए भी ते शर्ट्स की प्रोडक्शन के लिए भी, ठीक है। दैन जर्मनी विल प्रोड्यूस एट पॉइंट ई ऑफ इट्स प्रोडक्शन पॉसिबिलिटी कब G1 ते जर्मनी प्रोड्यूस करेगी ई, एट F पॉइंट से इंडिया प्रोड्यूस करेगी, ठीक है। तो उस तो बाद स्लोप ऑफ प्रोडक्शन पॉसिबिलिटी कब जर्मनी इज स्टीपर एट पॉइंट F हिल द स्लोप ऑफ प्रोडक्शन पॉसिबिलिटी ऑफ इंडिया इज फ्लैटर। कहते देखो मोर स्टीपर है जी अपनी जर्मनी दी जो है जी P1 कर्व है, दिस इज अ प्राइस लाइन P1 प्राइस लाइन आप जर्मनी की जो पीपीसी कर्व है वो टेंजेंट टच करती हुई कटांगे, एंड उस तो बाद जी P2 प्राइस लाइन है वो कि है इंडिया की प्राइस लाइन है जो आप आई पीपीसी कर्व में टच करते हुए कटांगे। तो जी अपनी जर्मनी की P1 प्राइस लाइन है वो ई पॉइंट पे टच कर रही है, एंड जो अपनी इंडिया की P2 प्राइस लाइन है वो पैरेलल F पॉइंट पे टच कर रही है। ई एंड F पॉइंट पे की है जो सानू प्रोडक्शन दस रहे हैं। तो देखो इत्थे जी अपनी P2 प्राइस लाइन है वो की फ्लैटर है, तो P1 जो है अपनी प्राइस लाइन हो की थोड़ी जी स्टिपर है, वो ऊपर है। तो जी P1 प्राइस लाइन है वो की शो कर रही है कि आप लेबर का यूज घट कर रहे हैं, कैपिटल का यूज ज़्यादा कर रहे हैं। तो जी अपनी P2 प्राइस लाइन है की शो कर रही है कि आप लेबर का यूज ज़्यादा कर रहे हैं तो कैपिटल का यूज घट कर रहे हैं, क्योंकि P2 इज अ फ्लैटर एंड P1 इज अ स्टिपर, ठीक है। तो इतने तुहानू दिख सकता है कि जी अपनी इंडिया है वो लेबर का यूज ज़्यादा करेगी तो कैपिटल का यूज की करेगी, घट करेगी। तो जी अपनी जर्मनी है वो कैपिटल का यूज ज़्यादा करेगी, कैपिटल अबेंडेंस है क्योंकि उत्थे लेबर की स्कैरसिटी है, ठीक है। वो करेगी जर्मनी लेबर की जगह पे कैपिटल इंटेंसिव टेक्नीक को ज़्यादा यूज करेगी, जिमें तुम इतने देख सकते हो। कहते इफ द डोमैसटिक डिमांड ऑफ जर्मनी फॉर वॉचिस इज लैस दैन सप्लाई दैन अलॉन विद एक्सपोर्ट। अगर तो कहते हुण जर्मनी के प्रोडक्शन जो भी हो रही है वो कैपिटल के थ्रू हो रही है, वॉचिस की प्रोडक्शन अगर वो जिन्नी हो रही है वो डिमांड मीनस जिन्नी सप्लाई है उन्नी ही डिमांड है, तब तक कहते वो की करेगी एक्सपोर्ट नहीं करेगी। अगर कहते वो डिमांड सप्लाई नालों घट है मीनस जर्मन के सप्लाई ज़्यादा हो रही है लेकिन वो डिमांड घट है, एक्सैस सरप्लस के को वॉचिस है तो की करेगी वॉचिस को एक्सपोर्ट करेगी। इस तो उल्ट कहते इंडिया के अगर शर्ट्स की प्रोडक्शन ज़्यादा है उन्होंने डिमांड के नालों तब वो की करेंगे जर्मनी के शर्ट्स को एक्सपोर्ट करेंगे तो उत्थे वॉचिस को की करेंगे इंपोर्ट करेंगे। ऐदा ही जो टू कंट्रीज ने वो की करनिया अपनी जो रिक्वायरमेंट्स ने उन्होंने पूरा करना। कहते इफ कंजम्पशन एंड प्रोडक्शन basis are in the opposite direction, Hampshire rolling predictions will be valid. Germany would export watches and India would export shirts. कहते अगर जरा ये हैक्शन ओलिन दी थ्योरी है मॉडल है ये ओलिन दी प्रोडक्शन के अकॉर्डिंग चले प्रिडिक्शंस जो वो सोच के चले ने तब कहते जर्मनी अपनी वॉचिस की एक्सपोर्ट करेंगे तो जी अपनी इंडिया है वो शर्ट्स का एक्सपोर्ट करेंगे। इफ कंजम्पशन एंड प्रोडक्शन बेसिस आर इन द सेम डायरेक्शन, अगर कहते कंजम्पशन की प्रोडक्शन सेम डायरेक्शन के चल रहे हैं मतलब जिन्नी ही अपनी प्रोडक्शन है उन्नी ही कंजम्पशन है तब कहते एक्सपोर्ट इंपोर्ट नहीं होएगा। एंड अगर सेम डायरेक्शन तो जर्मनी वुड इंपोर्ट रैदर दैन एक्सपोर्ट वॉचिस, अगर सेम डायरेक्शन पे चल रहे हैं जहाँ फिर वॉचिस की प्रोडक्शन के नालों डिमांड ज़्यादा है तब फिर की करेगा जर्मनी वॉचिस को इंपोर्ट करेगा। एंड अगर दूसरी तरफ इंडिया की प्रोडक्शन के नालों डिमांड ज़्यादा है तो शर्ट्स की सप्लाई के एक्सपोर्ट की जगह पर की करेंगे इंडिया शर्ट्स को इंपोर्ट करेंगे अगर उन्होंने प्रिडिक्शन के अकॉर्डिंग्स नहीं चल रहा। तो इतने जो अपना फिजिकल क्राइटेरिया ऑफ फैक्टर अबंडेंस और स्कार्सिटी है वो सीगा। नाउ द फैक्टर प्राइस इक्वैलिटी, कहते अगर जो फैक्टर्स ने उन्होंने प्राइस के की हो इक्वैलिटी हो। कहते मॉडर्न थ्योरी के यह भी कहा गया है कि इंटरनेशनल ट्रेड इज रिस्पॉन्सिबल फॉर ब्रिंगिंग अबाउट इक्वैलिटी इन द प्राइस
ਫੈਕਟਰ ਪ੍ਰਾਈਸਿਸ ਆਫ ਕੰਟਰੀਜ਼ ਕੰਸਰਨਸ, ਕਹਿੰਦੇ ਇਹਦੇ ਵਿੱਚ ਫੈਕਟਰ ਪ੍ਰਾਈਸਿਸ ਦੀ ਗੱਲ ਕੀਤੀ ਗਈ ਆ ਕਿ ਆਪਾਂ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਚੂਜ਼ ਕਰ ਰਹੇ ਹਾਂ ਉਹਨਾਂ ਦੇ ਪ੍ਰਾਈਸਿਸ ਕੀ ਹੋਣਗੇ। ਕਹਿੰਦੇ देयर इज अ ट्रेड बिटवीन टू कंट्रीज नेमली इंडिया एंड जर्मनी बिकॉज ऑफ abundance of supply of labor wage rate in India will be low and such labor intensive goods will be produced। ਕਹਿੰਦੇ ਤਾਂ ਲੇਬਰ ਇੰਟੈਂਸਿਵ ਗੁੱਡਸ ਨੂੰ ਪ੍ਰੋਡਿਊਸ ਕੀਤਾ ਜਾਂਦਾ ਕਿਉਂਕਿ ਜਿਹੜੀ ਲੇਬਰ ਦੇ ਵੇਜਸ ਨੇ ਉਹ ਕੀ ਨੇ ਲੋ ਨੇ, ਤੇ ਦੂਸਰੀ ਸਾਈਡ ਕਹਿੰਦੇ ਜਿਹੜੀ ਸਪਲਾਈ ਹੈ ਕੈਪੀਟਲ ਦੀ ਜਰਮਨੀ ਦੇ ਵਿੱਚ ਜ਼ਿਆਦਾ ਹੈ, ਤਦ ਉੱਥੇ ਕਹਿੰਦੇ ਲੇਬਰ ਦੇ ਜਰਮਨੀ ਦੇ ਵਿੱਚ ਕਹਿੰਦੇ ਰੇਟ ਆਫ ਇੰਟਰਸਟ ਘੱਟ ਹੈ, ਤਦ ਜਿਹੜੇ ਪ੍ਰਾਈਸਿਸ ਨੇ ਆਪਣੇ ਕੈਪੀਟਲ ਦੇ ਉਹ ਕੀ ਨੇ ਘੱਟ। India will export labor intensive and Germany will export capital intensive goods। ਕਹਿੰਦੇ ਅਗਰ ਵੇਜ ਰੇਜ਼ ਰਾਈਜ਼ ਹੋ ਜਾਣ ਆਪਣੇ ਇੰਡੀਆ ਦੇ ਵਿੱਚ ਤਦ ਕੀ ਹੋਏਗਾ, ਵੇਜ ਰੇਜ਼ ਰਾਈਜ਼ ਹੋ ਜਾਣ ਤੇ ਕੈਪੀਟਲ ਸਸਤੀ ਹੋ ਜਾਵੇ ਤਾਂ ਫਿਰ ਵੇਜ ਰੇਟ ਜੋ ਆਪਣੀ ਲੇਬਰ ਹੈ ਉਹਦੀ ਲੇਬਰ ਇੰਟੈਂਸਿਵ ਗੁੱਡਸ ਨੂੰ ਪ੍ਰੋਡਿਊਸ ਕਰਨਾ ਬੰਦ ਕਰ ਦੇਵਾਂਗੇ, ਲੇਬਰ ਇੰਟੈਂਸਿਵ ਟੈਕਨੀਕਸ ਦੀ ਜਗ੍ਹਾ ਤੇ ਆਪਾਂ ਕੈਪੀਟਲ ਇੰਟੈਂਸਿਵ ਟੈਕਨੀਕ ਨੂੰ ਯੂਜ਼ ਕਰਨਾ ਸਟਾਰਟ ਕਰਾਂਗੇ, ਆਪਾਂ ਕੰਪੇਅਰ ਕਰਾਂਗੇ ਇੱਥੇ। ਤੇ ਅਗਰ ਦੂਸਰੀ ਸਾਈਡ ਜਰਮਨ ਦੇ ਵਿੱਚ ਕੀ ਆ, ਆਪਣੀ ਜਿਹੜੀ ਲੇਬਰ ਹੈ ਉਹ ਸਸਤੀ ਹੋ ਜਾਵੇ ਕੈਪੀਟਲ ਦੇ ਨਾਲੋਂ, ਤਾਂ ਆਪਾਂ ਕੈਪੀਟਲ ਦੀ ਜਗ੍ਹਾ ਤੇ ਜਿਹੜੀ ਲੇਬਰ ਇੰਟੈਂਸਿਵ ਟੈਕਨੀਕ ਆ ਉਹਨੂੰ ਕੀ ਕਰਾਂਗੇ ਯੂਜ਼ ਕਰਾਂਗੇ। ਕਹਿੰਦੇ ਇਹ ਡਿਪੈਂਡ ਕਰਦਾ ਹੈ ਕਿ ਜਿਹੜੇ ਵੀ ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਆਪਾਂ ਯੂਜ਼ ਕਰ ਰਹੇ ਹਾਂ ਉਹਦੇ ਪ੍ਰਾਈਸਿਸ ਕਿੰਨੇ ਨੇ। ਜਿਵੇਂ ਜਿਵੇਂ ਪ੍ਰਾਈਸਿਸ ਜਿਹੜੇ ਨੇ ਇੰਕਰੀਜ਼ ਡਿਕਰੀਜ਼ ਹੋਣਗੇ, ਕਾਸਟ ਘਟੇਗੀ ਵਧੇਗੀ, ਉਸੇ ਤਰ੍ਹਾਂ ਜਿਹੜੇ ਆਪਣੀ ਡਿਮਾਂਡ ਹੈ ਫੈਕਟਰ ਆਫ ਪ੍ਰੋਡਕਸ਼ਨ ਸੀ ਉਹਨਾਂ ਦੇ ਵੀ ਕੀ ਹੋ ਜਾਏਗੀ ਐਕਸਚੇਂਜ ਹੋ ਜਾਏਗੀ। ਤੇ ਉਸ ਤੋਂ ਬਾਅਦ ਹੈ ਸੁਪੀਰੀਅਰਿਟੀ ਆਫ ਓਲਿਨ ਥਿਊਰੀ, ਕਿ ਜਿਹੜੀ ਆਪਣੀ ਓਲਿਨ ਹੈਕਚਰ ਓਲਿਨ ਦੀ ਥਿਊਰੀ ਹੈ ਇਹ ਕਲਾਸਿਕਲ ਥਿਊਰੀ ਤੋਂ ਕਿਉਂ ਸੁਪੀਰੀਅਰ ਹੈ, ਕਿਉਂ ਸੁਪੀਰੀਅਰਿਟੀ ਉਹਦੇ ਵਿੱਚ ਕੀ ਰੀਜ਼ਨਸ ਨੇ। ਤਾਂ ਫਰਸਟ ਇਜ਼ ਬੇਸਿਕ ਦਾ ਕਲਾਸਿਕਲ ਥਿਊਰੀ ਇਜ਼ ਦਾ ਡਿਫਰੈਂਸ ਆਫ ਕੰਪੈਰੀਟਿਵ ਕਾਸਟ। ਸਿਰਫ ਉਹਨਾਂ ਨੇ ਕੀ ਦੱਸਿਆ ਕਿ ਜਿਹੜੀ ਆਪਣੀ ਇੰਟਰਨੈਸ਼ਨਲ ਟ੍ਰੇਡ ਹੈ ਉਹਦਾ ਮੇਨ ਰੀਜ਼ਨ ਕੀ ਹੈ, ਕੰਪੈਰੀਟਿਵ ਕਾਸਟ ਦੇ ਵਿੱਚ ਡਿਫਰੈਂਸ ਹੋਣਾ ਹੈ ਡਿਫਰੈਂਟ ਕੰਟਰੀਜ਼ ਦੇ ਵਿੱਚ। ਇਸ ਤੋਂ ਉਲਟ ਕਹਿੰਦੇ ਮਾਡਰਨ ਐਕਸਪਲੇਨ ਕੀਤਾ ਕਾਜ਼ਸ ਆਫ ਡਿਫਰੈਂਸ ਇਨ ਕੰਪੈਰੀਟਿਵ ਕਾਸਸ। ਉਹਨਾਂ ਨੇ ਕੰਪੈਰੀਟਿਵ ਜਿਹੜੀ ਕਾਸਟ ਦੇ ਵਿੱਚ ਡਿਫਰੈਂਸ ਹੋਣ ਦਾ ਮੇਨ ਕਾਜ਼ਸ ਦੱਸਿਆ ਹੈ। ਕਲਾਸਿਕਲ ਥਿਊਰੀ ਇਜ਼ ਬੇਸਡ ਔਨ ਦਾ ਲੇਬਰ ਥਿਊਰੀ ਆਫ ਵੈਲਿਊ। ਕਹਿੰਦੇ ਜਿਹੜੀ ਕਲਾਸਿਕਲ ਥਿਊਰੀ ਸੀ ਇਹ ਸਿਰਫ ਲੇਬਰ ਥਿਊਰੀ ਆਫ ਵੈਲਿਊ ਤੇ ਡਿਪੈਂਡ ਕਰਦੀ ਹੈ ਜਿਹੜੀ ਕਿ ਅਨਰੀਅਲਿਸਟਿਕ ਹੈ। ਜਿਹੜੀ ਓਲਨ ਦੀ ਥਿਊਰੀ ਹੈ ਇਹ ਮਨੀ ਕਾਸਟ ਤੇ ਡਿਪੈਂਡ ਕਰਦੀ ਹੈ ਜਿਹੜੀ ਕਿ ਮੋਰ ਰੀਅਲਿਸਟਿਕ ਹੈ। ਕਲਾਸਿਕਲ ਥਿਊਰੀ ਥ੍ਰੈਟਸ ਲੇਬਰ ਅਲੋਨ ਐਜ਼ ਦਾ ਮੋਸਟ ਇੰਪੋਰਟੈਂਟ ਫੈਕਟਰ ਆਫ ਪ੍ਰੋਡਕਸ਼ਨ, ਜਦਕਿ ਕਲਾਸਿਕਲਸ ਨੇ ਬੋਲਿਆ ਸੀ ਕਿ ਸਿਰਫ ਵਨ ਆਪਾਂ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਯੂਜ਼ ਕਰਦੇ ਹਾਂ, ਸਿਰਫ ਲੇਬਰ ਨੂੰ ਯੂਜ਼ ਕਰਦੇ ਤੇ ਬਾਕੀ ਰਿਸੋਰਸਿਸ ਨੂੰ ਯੂਜ਼ ਨਹੀਂ ਕਰਦੇ, ਜਦਕਿ ਓਲਿਨ ਨੇ ਬੋਲਿਆ ਕਿ ਸਿਰਫ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਲੇਬਰ ਯੂਜ਼ ਨਹੀਂ ਹੁੰਦੀ, ਲੇਬਰ ਦੇ ਨਾਲ ਨਾਲ ਕੈਪੀਟਲ ਦਾ ਯੂਜ਼ ਹੋਣਾ ਵੀ ਕੀ ਹੈ ਜ਼ਰੂਰੀ ਆ। ਕਹਿੰਦੇ ਕਲਾਸਿਕਲ ਥਿਊਰੀ ਆਫ ਪਾਰਸ਼ੀਅਲ ਇਕੁਇਲਿਬ੍ਰੀਅਮ ਦੱਸਦੀ ਆ, ਕਹਿੰਦੇ ਜਿਹਦੇ ਵਿੱਚ ਲੇਬਰ ਦੀ ਸਟੱਡੀ ਦੀ ਵੈਲਿਊ ਸਿਰਫ ਲੇਬਰ ਦੀ ਸਟੱਡੀ ਦੀ ਵੈਲਿਊ ਹੈ, ਲੇਕਿਨ ਜਿਹੜੀ ਓਲਿਨ ਦੀ ਥਿਊਰੀ ਆ ਉਹਦੇ ਵਿੱਚ ਲੇਬਰ ਦੇ ਨਾਲ ਨਾਲ ਕੈਪੀਟਲ ਦੀ ਵੀ ਵੈਲਿਊ ਹੈ। ਕਲਾਸਿਕਲ ਥਿਊਰੀ ਆ ਕਹਿੰਦੇ ਜਿਹੜੇ ਇਹਦੇ ਵਿੱਚ ਕੀ ਥ੍ਰੈਟਸ ਆ, ਕਹਿੰਦੇ ਇੰਟਰਨੈਸ਼ਨਲ ਟ੍ਰੇਡ ਤੇ ਕੀ ਆ ਕੋਈ ਡਿਸਟਿੰਕਟ ਬਿਟਵੀਨ ਦਾ ਡੋਮੈਸਟਿਕ ਟ੍ਰੇਡ, ਇਹਨੇ ਡੋਮੈਸਟਿਕ ਟ੍ਰੇਡ ਦੀ ਗੱਲ ਨਹੀਂ ਕੀਤੀ। ਆਨਲਾਈਨ ਦੀ ਕਹਿੰਦੇ ਸਪੈਸ਼ਲ ਕੇਸਿਸ ਦੇ ਵਿੱਚ ਅਪਲਾਈ ਹੁੰਦੀ ਹੈ, ਇੰਟਰ ਰੀਜਨਲ ਟ੍ਰੇਡ ਦੇ ਵਿੱਚ ਵੀ ਜੋ ਇਹ ਥਿਊਰੀ ਹੈ ਉਹ ਆਪਣੀ ਅਪਲਾਈ ਹੋ ਰਹੀ ਹੈ। ਇੰਟਰ ਰੀਜਨਲ ਟ੍ਰੇਡ ਨੂੰ ਨਾਲ ਲੈ ਕੇ ਉਹਨੇ ਜਿਹੜੀ ਆਪਣੀ ਐਕਚੁਅਲ ਆਨਲਾਈਨ ਨੇ ਆਪਣੀ ਥਿਊਰੀ ਉਹਨੂੰ ਡਿਸਕ੍ਰਾਈਬ ਕੀਤਾ ਹੈ। ਕਹਿੰਦੇ ਜਿਹੜੀ ਓਲਿਨ ਦੀ ਥਿਊਰੀ ਆ ਸੁਪੀਰੀਅਰ ਹੈ ਕਲਾਸਿਕਲ ਥਿਊਰੀ ਦੇ ਨਾਲੋਂ, ਕਿਉਂਕਿ ਕਹਿੰਦੇ ਇਹਦੇ ਵਿੱਚ ਜੋ ਡਿਫਰੈਂਸ ਹੈ ਮੇਨ ਡਿਫਰੈਂਸ ਕਾਸਟ ਡਿਫਰੈਂਸ ਉਹਦਾ ਰੀਜ਼ਨਸ ਫੈਕਟਰ ਐਂਡੋਮੈਂਟਸ ਦੱਸਿਆ ਹੈ, ਜਦਕਿ ਕਲਾਸਿਕਲ ਥਿਊਰੀ ਨੇ ਫੈਕਟਰ ਐਂਡੋਮੈਂਟਸ ਨੂੰ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੈ। ਕਲਾਸਿਕਲ ਥਿਊਰੀ ਦੇ ਵਿੱਚ ਕਹਿੰਦੇ ਕੰਪੈਰੀਟਿਵ ਕਾਸਟ ਦੀ ਸਟੱਡੀ ਕੀਤੀ ਗਈ ਆ, ਠੀਕ ਹੈ, ਲੇਕਿਨ ਓਲਿਨ ਨੇ ਕਹਿੰਦੇ ਰਿਲੇਟਿਵ ਪ੍ਰਾਈਸਿਸ ਨੇ ਜਿਹੜੇ ਫੈਕਟਰਸ ਤੇ ਪ੍ਰਾਈਸਿਸ ਉਹਨਾਂ ਨੂੰ ਵੀ ਦੱਸਿਆ, ਕਿਉਂਕਿ ਮੇਨ ਰੀਜ਼ਨਸ ਕੀ ਹੁੰਦਾ ਫੈਕਟਰਸ ਤੇ ਪ੍ਰਾਈਸਿਸ ਦੇ ਵਿੱਚ ਡਿਫਰੈਂਸ ਹੁੰਦਾ ਹੈ ਤੇ ਇਹ ਮੋਰ ਰਿਅਲਿਸਟਿਕ ਸਿਚੁਏਸ਼ਨ ਨੂੰ ਦੱਸਦੀ ਆ। ਕਹਿੰਦੇ ਕਲਾਸਿਕਲ ਥਿਊਰੀਜ਼ ਨੇ ਡਿਸਕ੍ਰਾਈਬਸ ਕੀਤੀਆਂ ਐਡਵਾਂਟੇਜ ਆਫ ਟ੍ਰੇਡ ਬਿਟਵੀਨ ਦਾ ਟੂ ਕੰਟਰੀ, ਸਿਰਫ ਐਡਵਾਂਟੇजेस ਨੂੰ ਡਿਸਕ੍ਰਾਈਬ ਕੀਤਾ ਹੈ, ਜਦਕਿ ਮਾਡਰਨ ਥਿਊਰੀ ਨੇ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਤੇ ਰਿਅਲਿਸਟਿਕਸ ਜਿਹੜੀ ਥਿਊਰੀ ਹੈ ਉਹਨਾਂ ਨੂੰ ਵੀ ਦੱਸਿਆ। ਕਲਾਸਿਕਲ ਥਿਊਰੀ ਦੇ ਵਿੱਚ ਕਹਿੰਦੇ ਪ੍ਰੋਡਕਸ਼ਨ ਫੰਕਸ਼ਨ ਤੇ ਡਿਫਰੈਂਸ ਦੱਸਿਆ, ਡਿਫਰੈਂਸ ਬਿਟਵੀਨ ਪ੍ਰੋਡਕਸ਼ਨ ਫੰਕਸ਼ਨ ਦੱਸਿਆ, ਵੇਅਰਐਜ਼ ਓਲਿਨ ਨੇ ਨੌਲੇਜ ਦਿੱਤੀ ਆ ਇਕੁਐਲਿਟੀ ਆਫ ਪ੍ਰੋਡਕਸ਼ਨ ਫੰਕਸ਼ਨਸ, ਕਿ ਕਿੱਦਾਂ ਇਕੁਐਲਿਟੀ ਲੈ ਕੇ ਆਂਦੀ ਜਾ ਸਕਦੀ ਹੈ ਲੇਬਰ ਤੇ ਕੈਪੀਟਲ ਵਿੱਚ। ਕਹਿੰਦੇ ਓਲਿਨ's theory is classifies that prices of goods and factors tend to equalities due to international trade. Classical theories is vague in the respects। ਕਹਿੰਦੇ ਓਲਿਨ ਨੇ ਦੱਸਿਆ ਕਿ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਕਿੱਦਾਂ ਆਪਾਂ ਜਿਹੜੀ ਆਪਣੀ ਪ੍ਰਾਈਸਿਸ ਨੇ ਲੇਬਰ ਤੇ ਕੈਪੀਟਲ ਦੇ ਉਹਦੇ ਵਿੱਚ ਇਕੁਐਲਿਟੀ ਲੈ ਕੇ ਆ ਸਕਦੇ ਆ। ਮਾਡਰਨ ਥਿਊਰੀ ਟੇਕਸ ਇਨਟੂ ਅਕਾਊਂਟ ਦਾ ਸਪੇਸ ਫੈਕਟਰ ਆਫ ਇੰਟਰਨੈਸ਼ਨਲ ਟ੍ਰੇਡ ਵੇਅਰਐਜ਼ ਕਲਾਸਿਕਲ ਥਿਊਰੀ ਇਗਨੋਰ। ਕਹਿੰਦੇ ਸਪੇਸ ਫੈਕਟਰਸ ਨੇ ਜਿਹੜੇ ਉਹ ਓਲਿਨ ਦੀ ਥਿਊਰੀ ਨੇ ਦੱਸੇ ਨੇ, ਲੇਕਿਨ ਜਿਹੜੀ ਕਲਾਸਿਕਲ ਥਿਊਰੀ ਆ ਉਹਨੇ ਇਹਨੂੰ ਪੂਰੀ ਤਰ੍ਹਾਂ ਕੀ ਕੀਤਾ ਹੈ ਇਗਨੋਰ ਕੀਤਾ। ਉਸ ਤੋਂ ਬਾਅਦ ਹੈ ਆਪਣਾ ਕ੍ਰਿਟਿਸਿਜ਼ਮ। ਹੁਣ ਕਹਿੰਦੇ
ਇਹਦੀ ਜੋ ਹੈ ਆਪਣੀ ਮਾਡਰਨ ਥਿਊਰੀ ਇਹਨੂੰ ਕ੍ਰਿਟਿਸਾਈਜ਼ ਵੀ ਕੀਤਾ ਗਿਆ ਹੈ। ਇਹਦੇ ਵਿੱਚ ਕਿਹੜੇ ਕੁਝ ਅਜ਼ੰਪਸ਼ਨਸ ਨੇ ਇੱਦਾਂ ਦੀਆਂ ਜਿਹੜੀਆਂ ਅਪਲਾਈ ਨਹੀਂ ਹੋ ਰਹੀਆਂ, ਉਹਨਾਂ ਅਜ਼ੰਪਸ਼ਨਸ ਨੂੰ ਕ੍ਰਿਟਿਸਾਈਜ਼ ਕੀਤਾ ਗਿਆ ਹੈ। ਤਾਂ ਫਸਟ ਆਫ ਆਲ ਇਨਰੀਅਲਿਸਟਿਕ ਅਜ਼ੰਪਸ਼ਨਸ, ਫਸਟ ਅਜ਼ੰਪਸ਼ਨ ਹੈ ਕਹਿੰਦੇ ਜਿਹੜੀ ਇਹਦੇ ਵਿੱਚ ਅਜ਼ੰਪਸ਼ਨਸ ਲਿਖਦੀ ਆ 2x2x2 ਮਾਡਲ ਉਹ ਕੀ ਹੈ ਇਨਰੀਅਲਿਸਟਿਕ ਹੈ, ਕਿਉਂਕਿ ਜਿਹੜੀ ਆਪਣੀ ਹਰ ਇੱਕ ਕੰਟਰੀ ਦੇ ਵਿੱਚ ਫਸਟ ਆਫ ਆਲ 2 ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ। ਕਾਫੀ ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਆ, ਠੀਕ ਹੈ, ਕਮਰਸ਼ੀਅਲ ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ, ਬੇਸਿਕ ਗੁੱਡਸ ਦੀ, ਲਗਜ਼ਰੀ ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ, ਠੀਕ ਹੈ। ਤਦ ਕਹਿੰਦੇ ਸਿਰਫ 2 ਗੁੱਡਸ ਦੀ ਪ੍ਰੋਡਕਸ਼ਨ ਨਹੀਂ ਹੁੰਦੀ ਕਿਸੇ ਵੀ ਕੰਟਰੀ ਦੇ ਵਿੱਚ, ਐਂਡ ਉਸ ਤੋਂ ਬਾਅਦ 2 ਕੰਟਰੀਜ਼ ਦੇ ਵਿੱਚ ਟ੍ਰੇਡ ਨਹੀਂ ਹੁੰਦੀ। ਕਹਿੰਦੇ ਜੋ ਵੀ ਇੰਟਰਨੈਸ਼ਨਲ ਟ੍ਰੇਡ ਹੁੰਦੀ ਹੈ ਉਹਦੇ ਵਿੱਚ ਸਿਰਫ 2 ਕੰਟਰੀਜ਼ ਆਪਸ ਦੇ ਵਿੱਚ ਨਹੀਂ ਕਰਦੀਆਂ। ਅਗਰ ਇੰਡੀਆ ਨੇ ਕਿਤੇ ਵੀ ਆਪਣੀ ਐਕਸਪੋਰਟ ਇੰਪੋਰਟ ਕਰਨਾ ਹੈ ਤਾਂ ਸਿਰਫ ਉਹ ਜਰਮਨ ਦੇ ਨਾਲ ਨਹੀਂ ਕਰੇਗੀ, ਉਹ ਯੂਐਸ ਦੇ ਨਾਲ ਕਰੇਗੀ, ਯੂਕੇ ਦੇ ਨਾਲ ਕਰੇਗੀ, ਠੀਕ ਹੈ। ਤੇ ਡਿਫਰੈਂਟ ਕੰਟਰੀਜ਼ ਦੇ ਨਾਲ ਜੋ ਆਪਣੀ ਇੰਟਰਨੈਸ਼ਨਲ ਟ੍ਰੇਡ ਹੈ ਉਹ ਹੁੰਦੀ ਹੈ। ਤੇ ਉਸ ਤੋਂ ਬਾਅਦ 2 ਫੈਕਟਰਸ, ਉਹਨੇ ਸਿਰਫ 2 ਫੈਕਟਰਸ ਲਿੱਤੇ ਨੇ, ਲੇਬਰ ਤੇ ਕੈਪੀਟਲ। ਜਦਕਿ ਕਹਿੰਦੇ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਕੀ ਆ, ਜਦੋਂ ਆਪਾਂ ਨੇ ਕਿਸੇ ਵੀ ਗੁੱਡ ਦੀ ਪ੍ਰੋਡਕਸ਼ਨ ਕਰਨੀ ਹੈ ਤਾਂ 4 ਫੈਕਟਰਸ ਸ਼ੁਰੂ ਹੁੰਦੇ ਨੇ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ। ਇੱਥੇ ਲੈਂਡ ਐਂਡ ਇਹਨੇ ਜਿਹੜਾ ਐਂਟਰਪ੍ਰੀਨਿਓਰ ਹੈ ਜਿਸਨੇ ਪੈਸਾ ਇਨਵੈਸਟ ਕਰਨਾ ਹੈ ਉਸ ਦੀ ਗੱਲ ਨਹੀਂ ਕੀਤੀ। ਤਦ ਕਹਿੰਦੇ ਜੋ ਜਿਹੜੀ ਅਜ਼ੰਪਸ਼ਨ ਫਸਟ ਅਜ਼ੰਪਸ਼ਨ ਲਿੱਤੀਆਂ ਨੇ 2x2x2 ਮਾਡਲਸ, ਕਹਿੰਦੇ ਕੀ ਆ ਅਨਰੀਅਲਿਸਟਿਕ ਅਜ਼ੰਪਸ਼ਨ। ਅਗੇਗਾ ਲਿਊਨਟਿਵ ਪੈਰਾਡਾਕਸ, ਇਹਦੇ ਵਿੱਚ ਕਹਿੰਦੇ ਇਹਨਾਂ ਨੇ ਕੀ ਕੀਤਾ ਹੈ ਕਿ ਪ੍ਰਾਈਸਿਸ ਆਫ ਫੈਕਟਰਸ ਆਰ ਡਿਟਰਮਾਈਨਡ ਬਾਈ ਦਾ ਡਿਮਾਂਡ ਇਨਸਟੈਡ ਆਫ ਸਪਲਾਈ। ਕਹਿੰਦੇ ਇਹਨਾਂ ਨੇ ਬੋਲਿਆ ਕਿ ਜਿਹੜੇ ਪ੍ਰਾਈਸਿਸ ਨੇ ਉਹ ਕਿਸ ਚੀਜ਼ ਤੇ ਡਿਪੈਂਡ ਕਰਦੇ ਨੇ, ਪ੍ਰਾਈਸਿਸ ਡਿਮਾਂਡ ਤੇ ਡਿਪੈਂਡ ਕਰਦੇ ਨੇ, ਫੈਕਟਰਸ ਦੀ ਡਿਮਾਂਡ ਕਿੰਨੀ ਹੋ ਰਹੀ ਹੈ। ਅਗਰ ਕਹਿੰਦੇ ਫੈਕਟਰਸ ਦੀ ਡਿਮਾਂਡ ਜ਼ਿਆਦਾ ਹੋਏਗੀ ਤਾਂ ਫੈਕਟਰਸ ਦੇ ਪ੍ਰਾਈਸਿਸ ਜ਼ਿਆਦਾ ਹੋਣਗੇ, ਅਗਰ ਫੈਕਟਰਸ ਦੀ ਡਿਮਾਂਡ ਘੱਟ ਹੋਏਗੀ ਤਾਂ ਫੈਕਟਰਸ ਦੇ ਪ੍ਰਾਈਸਿਸ ਕੀ ਹੋਣਗੇ, ਘੱਟ ਹੋਣਗੇ। ਬਟ ਕਹਿੰਦੇ ਕੀ ਆ ਕੈਪੀਟਲ ਇੰਟੈਂਸਿਵ ਕੰਟਰੀ ਡਿਮਾਂਡ ਫॉर कैपिटल being more than labor the former is expensive and latter is cheap। ਕਹਿੰਦੇ ਅਗਰ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਅਗਰ ਕਿਸੇ ਕੰਟਰੀ ਦੇ ਵਿੱਚ ਕਿਸੇ ਚੀਜ਼ ਦੀ ਡਿਮਾਂਡ ਜ਼ਿਆਦਾ ਹੋਏਗੀ ਤਾਂ ਉਹਦੇ ਪ੍ਰਾਈਸਿਸ ਜ਼ਿਆਦਾ ਹੋਣਗੇ, ਜਿਹਦੇ ਕਰਕੇ ਉਹਨਾਂ ਦੀ ਡਿਮਾਂਡ ਘੱਟ ਜਾਏਗੀ ਤੇ ਦੂਸਰੇ ਪ੍ਰੋਡਕਟਸ ਦੀ ਡਿਮਾਂਡ ਕੀ ਆ, ਦੂਸਰੇ ਆਪਣੀ ਸੈਕਟਰਸ ਦੀ ਡਿਮਾਂਡ ਕੀ ਆ, ਵੱਧ ਜਾਏਗੀ। ਕਹਿੰਦੇ ਰਿਐਲਿਟੀ ਦੇ ਵਿੱਚ ਕੀ ਹੁੰਦਾ, ਡਿਮਾਂਡ ਆਲਸੋ ਹੈਜ਼ ਅ ਇੰਪੋਰਟੈਂਟ ਇਨਫਲੂਐਂਸ ਇਨ ਦ ਡਿਟਰਮੀਨੇਸ਼ਨ ਆਫ ਪ੍ਰਾਈਸ ਆਫ ਦ ਫੈਕਟਰਸ। ਇਟ ਇਜ਼ ਨॉन ਕਹਿੰਦੇ ਪ੍ਰਾਈਸ ਤੇ ਡਿਮਾਂਡ ਦਾ ਰਿਲੇਸ਼ਨ ਹੋ ਸਕਦਾ ਕਿ ਡਿਮਾਂਡ ਦੇ ਥਰੂ ਪ੍ਰਾਈਸ ਤੇ ਇਫੈਕਟ ਪੈ ਸਕਦਾ, ਲੇਕਿਨ ਕਹਿੰਦੇ ਸਪਲਾਈ ਦੇ ਥਰੂ ਪ੍ਰਾਈਸ ਤੇ ਕੋਈ ਵੀ ਇਫੈਕਟ ਨਹੀਂ ਹੁੰਦਾ। ਕਹਿੰਦੇ ਇਹਦੇ ਵਿੱਚ ਸਪਲਾਈ ਪੱਖ ਨੂੰ ਇਹਨਾਂ ਨੇ ਨਹੀਂ ਲਿੱਤਾ। ਸਟੈਟਿਕ ਥਿਊਰੀ, ਨੈਕਸਟ ਇਜ਼ ਅ ਸਟੈਟਿਕ ਥਿਊਰੀ ਕਿ ਜੋ ਹੈ ਆਪਣੀ ਹੈਕਸ਼ਰ ਓਲਿਨ ਦੀ ਥਿਊਰੀ, ਉਹ ਕੀ ਹੈ, ਸਟੈਟਿਕ ਥਿਊਰੀ ਹੈ। ਕਹਿੰਦੇ ਸ਼ੋ ਕੀ ਕਰਦੀ ਹੈ ਪੋਜੀਸ਼ਨ ਆਫ ਫੈਕਟਰਸ ਇਨ ਅ ਕੰਟਰੀ ਐਟ ਐਨੀ ਗਿਵਨ ਪੁਆਇੰਟ ਆਫ ਟਾਈਮ, ਸਿਰਫ ਇੱਕ ਟਾਈਮ ਪੀਰੀਅਡ ਦੀ ਗੱਲ ਕਰਦੀ ਆ। ਕਹਿੰਦੇ ਇਹ ਨਹੀਂ ਦੱਸਦੀ ਹਾਊ ਦ ਇਕੋਨਮੀ ਵਿਲ ਗਰੋ ਵਿਦ ਦ ਚੇਂਜ ਇਨ ਪ੍ਰੋਡਕਸ਼ਨ ਕੰਡੀਸ਼ਨਸ, ਕਿ ਜਿਹੜੀ ਆਪਣੀ ਇਕੋਨਮੀ ਆ ਉਹ ਕਿੱਦਾਂ ਪ੍ਰੋਡਕਸ਼ਨ ਕੰਡੀਸ਼ਨਸ ਦੇ ਵਿੱਚ ਚੇਂਜ ਕਰ ਸਕਦੀ ਆ ਆਪਣੀ ਫੈਕਟਰਸ। ਅੱਗੇ ਕਾ ਪਾਰਸ਼ੀਅਲ ਇਕੁਇਲਿਬ੍ਰੀਅਮ ਐਨਾਲਾਈਸਿਸ, ਕਹਿੰਦੇ ਕੀ ਇਹਦੇ ਵਿੱਚ, ਕਹਿੰਦੇ ਇਹਨਾਂ ਨੇ ਓਲਿਨ ਦੀ ਥਿਊਰੀ ਨੂੰ ਕ੍ਰਿਟਿਸਾਈਜ਼ ਕੀਤਾ। ਉਹਨਾਂ ਨੇ ਬੋਲਿਆ ਕਿ ਵਿੱਚ ਪਾਰਸ਼ੀਅਲ ਇਕੁਇਲਿਬ੍ਰੀਅਮ ਹੈ, ਕਹਿੰਦੇ ਨੇ ਫੇਲ ਹੈ ਕੰਪਰੀਹੈਂਸਿਵ ਜਨਰਲ ਇਕੁਇਲਿਬ੍ਰੀਅਮ ਸਿਸਟਮ ਦੇ ਵਿੱਚ। ਇਹਨਾਂ ਨੇ ਜਨਰਲ ਇਕੁਇਲਿਬ੍ਰੀਅਮ ਸਿਸਟਮ ਦੀ ਗੱਲ ਨਹੀਂ ਕੀਤੀ, ਕਹਿੰਦੇ ਸਿਰਫ ਪਾਰਸ਼ੀਅਲ ਜਿਹੜਾ ਹੈ ਇਕੁਇਲਿਬ੍ਰੀਅਮ ਉਹਨੂੰ ਐਨਾਲਾਈਜ਼ ਕੀਤਾ। ਫੈਕਟਰਸ ਆਰ ਨੋਟ ਹੋਮੋਜੀਨੀਅਸ, ਕਹਿੰਦੇ ਇਹਨਾਂ ਨੇ ਕੀ ਅਸੰਪਸ਼ਨਸ ਲਿੱਤੀ ਸੀ, ਓਲਿਨ ਨੇ ਬੋਲਿਆ ਸੀਗਾ ਕਿ ਫੈਕਟਰ ਆਫ ਪ੍ਰੋਡਕਸ਼ਨ ਇਨ ਟ੍ਰੇਡਿੰਗਸ ਕੰਟਰੀਜ਼ ਆਰ ਹੋਮੋਜੀਨੀਅਸ। ਕਹਿੰਦੇ ਜਿਹੜੇ ਟ੍ਰੇਡਿੰਗ ਕੰਟਰੀਜ਼ ਦੇ ਵਿੱਚ ਫੈਕਟਰਸ ਹੋਣਗੇ ਉਹ ਕੀ ਹੋਣਗੇ, ਹੋਮੋਜੀਨੀਅਸ ਹੋਣਗੇ, ਸੇਮ ਹੋਣਗੇ। ਜਦਕਿ ਕੀ ਹੈ ਅਨਰੀਅਲਿਸਟਿਕ ਅਸੰਪਸ਼ਨ ਹੈ, ਕਿਉਂਕਿ ਕੋਈ ਵੀ ਫੈਕਟਰ ਸੇਮ ਨਹੀਂ ਹੋ ਸਕਦਾ। ਲੇਬਰ ਦੀ ਗੱਲ ਕਰੀਏ ਤਾਂ ਲੇਬਰ ਇੱਕ ਕੰਟਰੀ ਦੀ ਸਕਿਲਡ ਹੋ ਸਕਦੀ ਆ, ਆਪਣਾ ਸਕਿਲਡ ਹੋ ਸਕਦੀ ਹੈ ਤੇ ਦੂਸਰੀ ਦੀ ਅਨਸਕਿਲਡ ਹੋ ਸਕਦੀ ਹੈ, ਡਿਫਰੈਂਟ ਕਾइंड्स ਆਫ ਲੇਬਰ ਹੋ ਸਕਦੀ ਹੈ, ਲੇਬਰ ਸੇਮ ਨਹੀਂ ਹੋ ਸਕਦੀ। ਨੈਕਸਟ ਹੈ ਪ੍ਰੋਡਕਸ਼ਨ ਟੈਕਨੀਕਸ ਆਰ ਨਾਟ ਹੋਮੋਜੀਨੀਅਸ, ਕਹਿੰਦੇ ਇਹਨਾਂ ਨੇ ਪ੍ਰੋਡਕਸ਼ਨ ਟੈਕਨੀਕਸ ਦੀ ਗੱਲ ਕੀਤੀ ਸੀ ਕਿ ਪ੍ਰੋਡਕਸ਼ਨ ਟੈਕਨੀਕਸ ਕੀ ਹੋਣਗੀਆਂ, ਹੋਮੋਜੀਨੀਅਸ ਹੋਣਗੀਆਂ। ਦੋਨੇ ਕੰਟਰੀਜ਼ ਦੇ ਵਿੱਚ ਸੇਮ ਟੈਕਨੀਕਸ ਯੂਜ਼ ਹੋਣਗੇ ਤੇ ਪ੍ਰੋਡਕਟਿਵਿਟੀ ਵੀ ਸੇਮ ਹੋਏਗੀ, ਲੇਕਿਨ ਐਦਾਂ ਨਹੀਂ ਹੁੰਦਾ। ਜਿਹੜੀ ਪ੍ਰੋਡਕਸ਼ਨ ਟੈਕਨੀਕਸ ਨੇ 2 ਕੰਟਰੀਜ਼ ਦੇ ਵਿੱਚ ਉਹ ਡਿਫਰੈਂਟ ਹੁੰਦੀਆਂ ਨੇ, ਇਹ ਅਨਰੀਅਲਿਸਟਿਕ ਅਸੰਪਸ਼ਨ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਨ ਦਾ ਮੋਸਟਲੀ ਵਿਦ ਇਨ ਦਾ ਹੈਲਪ ਆਫ ਹੈਂਡਲੂਮ ਆਪਰੇਟਰਸ ਇਨ ਦਾ ਲਾਰਜ ਨੰਬਰ ਆਫ ਵਰਕਰਸ। ਜਿਹੜੇ ਇੰਡੀਆ ਦੇ ਵਿੱਚ ਹੈਂਡਲੂਮਸ ਜਿਹੜੇ ਆਪਰੇਟਰਸ ਨੇ ਵਰਕ ਕਰਦੇ ਨੇ, हैंडलूम गुड्स बनाई जाती ने तो मोस्टली लेबर के नाल बनाई जाती हैं। लेकिन जो अपनी जापान है वो हैंडलूम गुड्स ने वो किहदे थ्रू बनाई जाती ने, मशीन्स के थ्रू बनाई जाती हैं। कहते देयर इज अ डिफरेंस, कहते कोई जिहड़ी है कंट्री वो किसी चीज़ के थ्रू सेम गुड्स नूं प्रोड्यूस करती है, दूसरी किसी होर टैक्नीक के नाल गुड्स नूं प्रोड्यूस करती है। इंडिया दे विच ज़्यादा लेबर ते घट मशीन्स, लेकिन जर्मनी दे विच घट लेबर ਤੇ ਜ਼ਿਆਦਾ ਮਸ਼ੀਨਸ ਯੂਜ਼ ਹੁੰਦੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਡਕਸ਼ਨ ਟੈਕਨੀਕਸ ਦੋਨੇ ਕੰਟਰੀਜ਼ ਦੇ ਵਿੱਚ ਸੇਮ ਨਹੀਂ ਹੈਗੀਆਂ। ਨੈਕਸਟ ਇਜ਼
illogical argument of the determination of goods price ਕਹਿੰਦੇ ਜਿਹੜਾ ਇਹਨਾਂ ਨੇ ਓਵਲਿਨ ਨੇ ਆਪਣਾ ਆਰਗੂਮੈਂਟਸ ਲਿੱਤਾ ਕਿ ਗੁੱਡਸ ਦਾ ਪ੍ਰਾਈਸ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਫੈਕਟਰ rather than the price of factors that determine the price of goods ਕਹਿੰਦੇ ਤੇ ਅਫੈਕਟ ਕਰਦਾ ਹੈ ਕਹਿੰਦੇ ਇਹ ਲੌਜੀਕਲ ਐਜ਼ ਅ ਮੈਟਰ ਆਫ ਫੈਕਟ ਪ੍ਰਾਈਸ ਇਜ਼ the final goods are determined by the marginal utility ਕਹਿੰਦੇ ਪ੍ਰਾਈਸ ਮਾਰਜਨਲ ਯੂਟਿਲਿਟੀ ਦੇ ਥਰੂ ਆਪਣਾ ਡਿਪੈਂਡ ਹੁੰਦਾ ਹੈ ਡਿਮਾਂਡ ਤੇ ਡਿਪੈਂਡ ਹੁੰਦਾ ਹੈ ਪ੍ਰਾਈਸਿਸ ਫੈਕਟਰਸ ਆਰ ਨਾਟ ਡਿਟਰਮਾਈਨਡ ਬਾਈ ਦ ਕਾਸਟ ਐਂਡ ਸਪਲਾਈ ਕਹਿੰਦੇ ਕਾਸਟ ਤੇ ਸਪਲਾਈ ਜੋ ਓਨਲੀ ਨੇ ਕਿਹਾ ਕਿ ਜੇ ਕਾਸਟ ਜ਼ਿਆਦਾ ਹੋਏਗੀ ਤਾਂ ਪ੍ਰਾਈਸ ਜ਼ਿਆਦਾ ਹੋਏਗਾ ਜੇ ਕਾਸਟ ਘੱਟ ਹੋਏਗੀ ਤਾਂ ਪ੍ਰਾਈਸ ਘੱਟ ਹੋਏਗਾ ਜਿਸ ਸਪਲਾਈ ਤੇ ਡਿਪੈਂਡ ਕਰਦਾ ਹੈ ਜਦਕਿ ਆਪਣਾ ਮੋਸਟਲੀ ਪ੍ਰਾਈਸ ਕਿਸ ਚੀਜ਼ ਤੇ ਡਿਪੈਂਡ ਕਰਦਾ ਫੈਕਟਰਸ ਤੇ ਡਿਪੈਂਡ ਕਰਦਾ ਹੈ ਜਾਂ ਫਿਰ ਆਪਣੀ ਡਿਮਾਂਡ ਤੇ ਡਿਪੈਂਡ ਕਰਦਾ ਹੈ ਕਿ ਡਿਮਾਂਡ ਜ਼ਿਆਦਾ ਹੈ ਜਾਂ ਘੱਟ ਹੈ ਕਹਿੰਦੇ ਇਹ ਇਲੌਜੀਕਲ नो कॉन्स्टेंट टेस्ट ओहली ने दसिया है कि अपने जो भी कंज्यूमर्स ने उनका टेस्ट ते प्रेफरेंस सेम होएगा टू कंट्रीज दे विच जो पहला है वही रहेगा लेकिन जो ओहली दी ए टेस्ट एंड भी कंज्यूमर का टेस्ट एंड प्रेफरेंस सेम रहेगा ये असम्पशंस किया इन अनरियलिस्टिक क्योंकि टाइम टू टाइम कहते मॉडर्न टाइम के विच जिहड़ा कंज्यूमर का टेस्ट एंड प्रेफरेंस वो की हुंदी है चेंज होती रहती है कहते प्राइसिस ऑफ रेशो जी प्राइसिस ने जड़ियाँ अपनिया गुड्स दियाँ उन्हां दी रेशो भी की हुंदी है चेंज होंदी है जो रिफ्लैक्ट करदे किनू कॉस्ट रेशो लिमिटेड एक्सप्लेनेशंस कहंदे इनू क्रिटिसाइज किया कि ਜਿਹੜੇ फैक्ट्री इंडोमेंट्स ने इज नॉट अ रियली कॉजेस ऑफ इंटरनेशनल ट्रेड फैक्ट्री इंडोमेंट मेन कॉजेस नहीं है इंटरनेशनल ट्रेड का ओलिन थ्योरी इग्नोर करती है सैपरल कॉजेस इंटरनेशनल ट्रेड दे क्योंकि कहते मेन कहते रीजन होर की हो सकता क्वालिटी ऑफ फैक्टर्स कहते कई फैक्टर्स घट क्वालिटी के होंगे कई वधिया दे लेबर की गल ही की जिवें कि स्किल्ड ते अनस्किल्ड डिफरेंस इन द प्रोडक्शन टैक्नीक्स क्योंकि हर एक कंट्री की जी प्रोडक्शन है उसकी जी टैक्नीक्स ने उन्होंने इफेक्ट पैंदा है एंड इंक्रीजिंग रिटर्नस ऑफ स्केल जो रिटर्नस ऑफ स्केल है तुसीं पढ़िया होना कि 3 टाइप्स ऑफ रिटर्नस ऑफ स्केल ने इंक्रीजिंग रिटर्नस एंड डिक्रीजिंग कॉस्ट decreasing returns increasing cost and constant returns constant cost कहंदे जे returns of scale ने उन्हां दा भी इफेक्ट पैंदा है कहंदे लिमिटेड एप्लीकेबिलिटी दसिया ने इंटरनेशनल ट्रेड दे विच कॉन्ट्राडिक्टरी कंक्लूजन कहंदे उन्होंने क्रिटिसाइज जो किया है इनू ओलिन ने ओलिन की थ्योरी ने जो क्रिटिकली इन्होंने बोलिया कि लॉजिक ते बेस्ड नहीं हैगी कहंदे इंटरनेशनल ट्रेड के जो फैक्टर प्राइसिस ने इक्वलाइज नहीं होंगे ट्रेड कहते स्टॉप हो जाएगी अगर इक्वल होंगे तो प्राइस सेम होंगे तो फैक्टर के प्राइसिस सेम होंगे या फिर जी डिमांड है अपनी वो प्राइसिस को चेंज नहीं करेगी कॉस्ट सेव होएगी या फिर टेक्निक्स में जो डिफरेंट नहीं होंगी तब कहते देयर इज अ नो डिफरेंस बिटवीन द ट्रेड बिटवीन द डिफरेंट कंट्रीज डिफरेंट कंट्रीज विच कोई भी ट्रेड नहीं होगी तब उन्होंने इस थ्योरी को किया है क्रिटिसाइज किया तो अज के इस टॉपिक के अपने गल की एक्शन ओलिन दी मॉडर्न थ्योरी ऑफ इंटरनेशनल ट्रेड जिस उन्होंने प्राइस एंड फिजिकल एंडोमेंट्स ऑफ फैक्टर्स की गल की इस थ्योरी को क्रिटिसाइज किया गया तो स्पैशलाइजेशन के अकॉर्डिंग जो कंपैरेटिव अपनी कॉस्ट डिफरेंस थ्योरी सी इंटरनेशनल ट्रेड की उन्होंने ही इन्होंने सुधार के बोलिया है कि जी फैक्टर एंडोमेंट है एंड फैक्टर स्कारसिटी है वो ही मेन रीजन है जिसके थ्रू अपनी इंटरनेशनल ट्रेड है पॉसिबल। आज का अपना ये वाला टॉपिक इतने ही खत्म होता है। धन्यवाद।